ਜੇਕਰ ਤੁਸੀਂ ਵੀ ਚਾਹੁੰਦੇ ਹੋ ਚੰਗਾ ਮੁਨਾਫਾ ਤਾਂ ਤੁਹਾਨੂੰ ਵੀ ਰਵਾਇਤੀ ਫਸਲਾਂ ਤੋਂ ਆਉਣਾ ਪੈਣਾ ਬਾਹਰ। ਅੱਜ ਅਸੀਂ ਪਹੁੰਚੇ ਹੋਏ ਹਾਂ ਰਾਮਪੁਰ ਗੁਜਰਾ ਪਿੰਡ ਵਿਖੇ, ਜਿੱਥੇ ਦਿਖਾਵਾਂਗੇ ਤੁਹਾਨੂੰ ਮਸ਼ਰੂਮ ਦੀ ਖੇਤੀ। ਜਿੰਨਾ ਇਸ ਨੂੰ ਖਾਣਾ ਸੌਖਾ ਹੈ, ਥੋੜਾ ਪੈਦਾ ਕਰਨਾ ਔਖਾ ਜ਼ਰੂਰ ਹੈ, ਪਰ ਇਸ ਦਾ ਮੁਨਾਫਾ ਤੁਹਾਡੇ ਚਿਹਰਿਆਂ ਤੇ ਲੈ ਕੇ ਆਵੇਗਾ ਇੱਕ ਰੌਣਕ। ਅੱਜ ਅਸੀਂ ਸਿਖਾਵਾਂਗੇ ਤੁਹਾਨੂੰ ਮਸ਼ਰੂਮ ਦੀ ਖੇਤੀ ਕਿਵੇਂ ਕਰਨੀ ਹੈ ਤੇ ਪੂਰੀ ਜਾਣਕਾਰੀ ਲਵਾਂਗੇ ਸੋਹਣ ਸਿੰਘ ਹੋਣਾ ਤੋਂ। ਤੇ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਕਿ ਮਸ਼ਰੂਮ ਦੀ ਖੇਤੀ ਕਰਨ ਦੇ ਨਾਲ ਤੁਸੀਂ ਵੀ ਬਣ ਸਕਦੇ ਹੋ ਕਰੋੜਪਤੀ। ਇਹ ਫਿਰ ਖਿਆਲ ਤੁਹਾਡਾ ਕਿੱਦਾਂ ਬਣਿਆ ਸੀ ਕਿ ਮੈਂ ਖੁੰਬਾਂ ਦੀ ਖੇਤੀ ਕਰਨੀ ਹੈ? ਐਕਚੁਅਲੀ ਅਸੀਂ 20 ਸਾਲ ਪਹਿਲਾਂ ਇਹਨੂੰ ਕਰਿਆ ਸੀਗਾ, ਤਕਰੀਬਨ 99 2000 ਚ ਕਰਿਆ ਸੀ ਇੱਕ ਵਾਰ, ਬਟ ਉਸ ਟਾਈਮ ਮਾਰਕੀਟਿੰਗ ਦੀ ਵਜ੍ਹਾ ਕਰਕੇ ਅਸੀਂ ਇਹਨੂੰ ਛੱਡਤਾ ਸੀਗਾ। ਤੇ ਉਸ ਤੋਂ ਬਾਅਦ ਮੈਂ ਪੜ੍ਹਾਈ ਕਰਨ ਲੱਗ ਗਿਆ ਸੀਗਾ। ਪੜ੍ਹਾਈ ਤੋਂ ਬਾਅਦ ਮੈਂ ਹੋਰ ਬਿਜ਼ਨਸ ਤੇ ਪੈ ਗਿਆ ਸੀਗਾ, ਪੈਸਟੀਸਾਈਡ ਦੀ ਦੁਕਾਨ ਵੀ ਕੀਤੀ ਹੈ ਮੈਂ। ਉਸ ਤੋਂ ਬਾਅਦ ਮੈਂ ਬੈਟਰੀ ਇਨਵਰਟਰ ਬੈਟਰੀ ਜੋ ਬਣਦੀ ਹੈ ਉਹਦਾ ਕੰਮ ਕਰਨ ਲੱਗ ਗਿਆ ਸੀ। ਉਹਦੀ ਫੈਕਟਰੀ ਮੈਂ 4 ਸਾਲ 9 ਸਾਲ ਚਲਾਈ ਹੈ ਜੀ। ਤੇ ਬਟ ਇਹ ਕੰਮ ਜ਼ਿਆਦਾ ਠੀਕ ਲੱਗਿਆ ਕਿਉਂਕਿ ਖੇਤੀ ਨਾਲ ਜੁੜੇ ਆ, ਆਲਰੇਡੀ ਕਿਸਾਨ ਆ, ਖੇਤੀ ਵੀ ਕਰਦੇ ਆ, ਤਾਂ ਇਹਦੇ 'ਚ ਇੱਕ ਮਨ ਵੀ ਲੱਗਦਾ, ਦਿਲ ਲੱਗਦਾ ਹੈਗਾ। ਕੀ ਇਹਨੂੰ ਵੀ ਕੋਈ ਬਿਮਾਰੀ ਲੱਗਦੀ ਹੈ? ਬਹੁਤ ਰੇਅਰਲੀ, ਬਹੁਤ ਥੋੜੇ 1-2 ਫੰਗਸ ਦੀ ਬਿਮਾਰੀਆਂ ਨੂੰ ਲੱਗਦੀਆਂ ਨੇ ਜਾਂ ਥੋੜਾ ਬਹੁਤਾ ਕੀਟ ਪਤੰਗਾ, ਤੇ ਮੋਸਟਲੀ ਇਹਨੂੰ ਕੋਈ ਪੈਸਟੀਸਾਈਡ ਵਗੈਰਾ ਅਸੀਂ ਯੂਜ਼ ਨਹੀਂ ਕਰਦੇ। ਮਸ਼ਰੂਮ ਦੀ ਖੇਤੀ ਕਰਕੇ ਅਲੱਗ ਹਟ ਕੇ ਵਿਹਲੇ ਟਾਈਮ 'ਚ, ਕਿਉਂਕਿ ਇਹ ਟਾਈਮ ਜਦੋਂ ਮਸ਼ਰੂਮ ਹੁੰਦੀ ਹੈ ਬਿਲਕੁਲ ਵਿਹਲਾ ਟਾਈਮ ਹੁੰਦਾ ਹੈਗਾ, ਕਿਉਂਕਿ ਕਣਕ ਹੋ ਜਾਂਦੀ ਹੈ, ਕਣਕ 'ਚ ਕੋਈ ਕੰਮ ਨਹੀਂ ਹੁੰਦਾ, ਸਿਆਲ ਸਾਰਾ ਵਿਹਲਾ ਹੁੰਦਾ ਹੈਗਾ, ਸਰਦੀਆਂ ਦੇ ਟਾਈਮ 'ਚ ਹੋਰ ਵੀ ਕੋਈ ਕੰਮ ਨਹੀਂ ਹੁੰਦਾ, ਤਾਂ ਉਸ ਟਾਈਮ 'ਚ ਅੱਛਾ ਮੁਨਾਫਾ ਇਹਨੂੰ ਲਗਾ ਕੇ ਕਮਾਇਆ ਜਾ ਸਕਦਾ ਹੈ। ਵੈਸੇ ਕਹਿੰਦੇ ਹੁੰਦੇ ਨੇ ਕਿ ਜੇ ਘਰ ਦੀ ਖੇਤੀ ਹੋਵੇ ਤਾਂ ਅਸੀਂ ਖਾ ਖਾ ਕੇ ਹੀ ਬੜੇ ਅੱਕ ਜਾਂਦੇ ਹੁੰਦੇ ਆ। ਘਰ 'ਚ ਇਹ ਬਣਦੀ ਆ? ਬਣਦੀ ਹੈ, ਕਦੀ ਕਦਾਈ। ਇਹ ਵੀ ਇਹ ਲਾ ਲਓ ਦਿਖਾਉਣ ਵਾਸਤੇ ਹੀ ਅਸੀਂ ਖਾਂਦੇ ਹਾਂ, ਬਸ ਅਸੀਂ ਖਾ ਖਾ ਕੇ ਬਸ ਥੱਕੇ ਹੋਏ ਹਾਂ ਬਿਲਕੁਲ। ਨੌਨ ਵੈਜ ਤੋਂ ਬਾਅਦ ਸਭ ਤੋਂ ਵਧੀਆ ਆਹਾਰ ਆਪਾਂ ਇਹਨੂੰ ਕਹਿ ਸਕਦੇ ਹਾਂ ਮਸ਼ਰੂਮ। ਸਭ ਤੋਂ ਮਤਲਬ ਕਿ ਸਬਜ਼ੀਆਂ 'ਚ ਸਭ ਤੋਂ ਵਧੀਆ ਆਹਾਰ ਇਹਨੂੰ ਕਹਿ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਆਮ ਤੌਰ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਮਸ਼ਰੂਮ ਦੀ ਸਬਜ਼ੀ ਬੜੀ ਲਾਜਵਾਬ ਬਣਾਉਂਦੇ ਆ। ਅਸੀਂ ਬਾਜ਼ਾਰਾਂ ਤੋਂ ਖਰੀਦਦੇ ਆ। ਜਦੋਂ ਅਸੀਂ ਮਸ਼ਰੂਮ ਦੀ ਸਬਜ਼ੀ ਯਾਨੀ ਕਿ ਖੁੰਬਾਂ ਦੀ ਸਬਜ਼ੀ ਖਰੀਦਣੀ ਹੁੰਦੀ ਹੈ ਤਾਂ ਅਸੀਂ ਭਾਅ ਦੇ ਵਿੱਚ ਬੜਾ ਤੋਲ-ਮੋਲ ਕਰਦੇ ਆ ਕਿ ਇੰਨੀ ਮਹਿੰਗੀ ਕਿਉਂ ਹੈ। ਫਿਰ ਅਸੀਂ ਘਰ ਵਿੱਚ ਲਿਜਾ ਕੇ ਤੜਕਾ ਲਗਾ ਕੇ ਖੂਬ ਮਸਾਲੇ ਪਾ ਕੇ ਉਸਨੂੰ ਖਾਂਦੇ ਆ ਔਰ ਬਹੁਤ ਹੀ ਲਾਜਵਾਬ ਸਬਜ਼ੀ ਜਿਹੜੀ ਬਣਦੀ ਹੈ। ਪਰ ਇਸ ਨੂੰ ਪੈਦਾ ਕਰਨਾ ਕਿੰਨਾ ਔਖਾ ਹੈ, ਕਿੰਨਾ ਇਹਦੇ ਪਿੱਛੇ ਮਿਹਨਤ ਹੈ, ਇਹ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ। ਪਹੁੰਚੇ ਹੋਏ ਆ ਅਸੀਂ ਰਾਮਪੁਰਾ ਗੁਜਰਾ ਪਿੰਡ ਵਿਖੇ। ਇਹ ਬਿਲਕੁਲ ਸੰਗਰੂਰ ਤੋਂ 60 ਕਿਲੋਮੀਟਰ ਜਿਹੜਾ ਅੱਗੇ ਪੈਂਦਾ ਤੇ ਉਸ ਤੋਂ ਬਾਅਦ ਇੱਥੇ ਪਹੁੰਚਿਆ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਖੁੰਬਾਂ ਦੀ ਸਬਜ਼ੀ ਨੂੰ ਪੈਦਾ ਕਿਵੇਂ ਕੀਤਾ ਜਾਂਦਾ ਹੈ, ਕਿੰਨੀ ਮਿਹਨਤ ਆ, ਕਿੰਨੇ ਦੇਰ ਵਿੱਚ ਤਿਆਰ ਹੁੰਦੀ ਹੈ। ਔਰ ਇੱਥੋਂ ਦੇ 2 ਭਰਾ ਨੇ, ਪ੍ਰਮੋਦ ਕੁਮਾਰ ਔਰ ਸੋਹਣ ਸਿੰਘ। ਸੋਹਣ ਸਿੰਘ ਹੋਣਾ ਨੇ ਇਹ ਜਿਹੜੀ ਖੇਤੀ ਕੀਤੀ ਹੈ ਕਰੀਬ ਬਹੁਤ ਵੱਡੇ ਰਕਬੇ ਦੇ ਵਿੱਚ ਜਿਹੜੀ ਖੇਤੀ ਕਰ ਰਹੇ ਨੇ। ਤਸਵੀਰ ਨਾਲ ਤੁਹਾਨੂੰ ਦਿਖਾਵਾਂਗੇ ਕਿ ਇਹ ਕੋਈ ਸੌਖੀ ਖੇਤੀ ਕਰਨੀ ਨਹੀਂ ਹੈ, ਪਰ ਨਾਲ ਦੀ ਨਾਲ ਇਹਨਾਂ ਨੇ ਇੱਕ ਜਿਹੜੀ ਹੈ ਮਿਸਾਲ ਵੀ ਤੋੜੀ ਹੈ ਕਿ ਰਵਾਇਤੀ ਫਸਲਾਂ ਤੋਂ ਹਟ ਕੇ ਇੱਕ ਨਵੀਂ ਵਿਲੱਖਣ ਖੇਤੀ ਕਰ ਰਹੇ ਨੇ ਤੇ ਜਿਸ ਦੇ ਨਾਲ ਇਹ ਰੋਜ਼ਾਨਾ ਹੀ ਲੱਖਾਂ ਦੇ ਰੁਪਏ ਜਿਹੜੇ ਘਰ ਦੇ ਵਿੱਚ ਲੈ ਕੇ ਆਉਂਦੇ ਨੇ। ਸਭ ਤੋਂ ਪਹਿਲਾਂ ਅਸੀਂ ਸੋਹਣ ਸਿੰਘ ਹੋਣਾ ਦਾ ਸਵਾਗਤ ਕਰਾਂਗੇ। ਸਾਡੇ ਨਾਲ ਸੋਹਣ ਸਿੰਘ ਹੋਣੀ ਮੌਜੂਦ ਨੇ। ਸੋ ਹਾਂਜੀ ਸੋਹਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਧੀਆ ਸੀ ਜਦੋਂ ਆ ਕੇ ਦੇਖਿਆ ਕਿ ਤੁਸੀਂ ਤਾਂ ਬਹੁਤ ਰਕਬੇ ਦੇ ਵਿੱਚ ਖੇਤੀ ਕਰ ਰਹੇ ਹੋ। ਕਿੰਨੇ ਰਕਬੇ 'ਚ ਖੇਤੀ ਹੋ ਰਹੀ ਹੈ? ਇਹ ਤਕਰੀਬਨ 3 ਏਕੜ ਦੇ ਕਰੀਬ ਵਿੱਚ ਸ਼ੈੱਡ ਲਗਾ ਕੇ ਜੋ ਸੀਜ਼ਨਲ ਹੈਗਾ ਜਾਂ ਇਹਦਾ ਜੋ ਸਿਸਟਮ ਹੈਗਾ ਉਹ ਲਗਾ ਕੇ ਇਹਨੂੰ ਖੇਤੀ ਕਰ ਰਹੇ ਹਾਂ। ਸੋ ਇਹਨੂੰ ਅਸੀਂ ਬਾਜ਼ਾਰਾਂ 'ਚੋਂ ਖਰੀਦਣ ਜਾਂਦੇ ਹਾਂ ਤਾਂ ਸਵਾਣੀਆਂ ਦੀ ਆਮ ਹੁੰਦੀ ਹੈ ਕਿ ਜਦੋਂ ਭਾਅ ਦੱਸੇ ਜਾਂਦੇ ਨੇ ਅਸੀਂ ਤੋਲ ਮੁੱਲ ਬੜਾ ਕਰ ਲੈਂਦੇ ਆ, ਪਰ ਇਹਦੇ ਪਿੱਛੇ ਮਿਹਨਤ ਬਹੁਤ ਹੈ ਜੀ। ਮੈਂ ਇਹ 'ਚ ਮਿਹਨਤ ਬਹੁਤ ਜ਼ਿਆਦਾ ਹੈਗੀ, ਇਸ ਦੀ ਵਜ੍ਹਾ ਕਰਕੇ ਭਾਅ ਥੋੜਾ ਤੇਜ਼ ਵੀ ਹੋ ਜਾਂਦਾ ਹੈ, ਲੇਕਿਨ ਕੋਈ ਜ਼ਿਆਦਾ ਨਹੀਂ, ਨਾਰਮਲ ਦਾ ਭਾਅ ਹੈਗਾ ਦਾ। ਤੇ ਇਹਦੀ ਪੈਦਾ ਕਰਨ 'ਚ ਬਹੁਤ ਖਰਚਾ ਵੀ ਬਹੁਤ ਹੈਗਾ
ਤੇ ਕਾਫੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਇਹਦੀ। ਸੋ ਅਸੀਂ ਅੱਜ ਨਾਲ ਆਪਣੇ ਦਰਸ਼ਕਾਂ ਨੂੰ ਇਹ ਦਿਖਾਣੀ ਹੈ ਕਿ ਖੁੰਬਾਂ ਦੀ ਖੇਤੀ ਕਰਦੇ ਕਿਵੇਂ ਆ, ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਔਰ ਇਸ ਦਾ ਐਂਡ ਕਿੱਥੋਂ ਹੁੰਦਾ ਤੇ ਕੱਲ ਤੱਕ ਜਿਹੜੀ ਹੈ ਇਹਦੀ ਕੰਪੋਸਟ ਕਿਵੇਂ ਤਿਆਰ ਹੁੰਦੀ ਹੈ ਔਰ ਇਹਨਾਂ ਕਿਹੜੇ ਬੀਜ ਹੁੰਦੇ ਨੇ, ਹਰ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਕਰਨੀ ਆਪਾਂ? ਸਭ ਤੋਂ ਪਹਿਲਾਂ ਇੱਕ ਕੰਪੋਸਟ ਚੈਂਬਰ, ਜਿੱਥੋਂ ਕਿ ਜੋ ਇਹ ਕੰਪੋਸਟ ਇਹਦੀ ਹੁੰਦੀ ਹੈ ਉਹ ਤਿਆਰ ਹੁੰਦੀ ਹੈ, ਅਸੀਂ ਤੁਹਾਨੂੰ ਉਹ ਦਿਖਾਉਂਦੇ ਹਾਂ ਜੀ। ਇਹ ਮਸ਼ਰੂਮ ਪੈਦਾ ਹੋ ਰਹੀ ਹੈ, ਇਹ ਤਕਰੀਬਨ ਐਂਡ ਪੋਜੀਸ਼ਨ ਤੇ ਹੈ ਇਸ ਟਾਈਮ ਜੀ ਬਿਲਕੁਲ। ਇਹ ਐਂਡ ਪੋਜੀਸ਼ਨ ਹੈ, 10 ਤੋਂ 15 ਦਿਨ ਇਹਨੂੰ ਸੀਜ਼ਨਲ ਮਸ਼ਰੂਮ ਕਹਿੰਦੇ ਨੇ, 10 ਤੋਂ 15 ਦਿਨ ਇਹ ਚੱਲਣੀ ਹੈ। ਤੇ ਜਿਹੜੀ ਖੁੰਬ ਦੀ ਸਬਜ਼ੀ ਆਪਾਂ ਉਗਾਉਣੀ ਹੁੰਦੀ ਹੈ ਤਾਂ ਉਸ ਦੌਰਾਨ ਇਹ ਕਿੰਨੇ ਸੀਜ਼ਨਲ ਹੁੰਦੇ ਆ, ਇਹ ਕਿਹੜੀ ਰੁੱਤਾਂ ਦੇ ਹਿਸਾਬ ਨਾਲ ਹੁੰਦੀ ਹੈ? ਇਹ ਤਕਰੀਬਨ ਸਰਦੀ ਰੁੱਤ ਦੀ ਮੇਨ ਤੌਰ ਤੇ ਫਸਲ ਹੈਗੀ ਹੈ, ਜਿਹਨੂੰ ਕਿ ਠੰਡ ਦੀ ਜ਼ਰੂਰਤ ਪੈਂਦੀ ਹੈ। ਇਹਦਾ ਬੇਸਿਕ ਟੈਂਪਰੇਚਰ 16 ਡਿਗਰੀ ਤੋਂ ਲੈ ਕੇ 20 ਡਿਗਰੀ ਦੇ ਵਿੱਚ ਹੁੰਦੀ ਹੈ। ਸੋ ਬਿਲਕੁਲ ਅਸੀਂ ਚੱਲੀਏ ਉੱਧਰ ਤੇ ਸਾਨੂੰ ਸ਼ੁਰੂਆਤ ਦਿਖਾਓ ਜੀ। ਸੋ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਜਿੱਥੋਂ ਇਹਦੀ ਸ਼ੁਰੂਆਤ ਹੁੰਦੀ ਹੈ, ਇਹ ਕਿਵੇਂ ਉਗਾਈ ਜਾਂਦੀ ਹੈ। ਸਭ ਤੋਂ ਖਾਸ ਗੱਲ ਇਹ ਕਿ ਰਵਾਇਤੀ ਫਸਲਾਂ ਤੋਂ ਹਟ ਕੇ, ਕਣਕ ਝੋਨੇ ਤੋਂ ਬਿਲਕੁਲ ਪਿਛਾਂ ਹਟ ਕੇ ਜਿਹੜੀ ਨਵੀਂ ਖੇਤੀ ਇਹ ਕਰ ਰਹੇ ਨੇ ਤੇ ਇਹਦੇ ਨਾਲ ਜਿਹੜੇ ਨੇ ਲੱਖਾਂ ਰੁਪਏ ਦਾ ਜਿਹੜਾ ਮੁਨਾਫਾ ਹੈ ਉਹ ਸੋਹਣ ਸਿੰਘ ਹੋਣੀ ਕਮਾ ਰਹੇ ਨੇ। ਆਓ ਫਿਰ ਇੱਕ ਵਾਰ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ ਜਿੱਥੇ ਇਹਦੀ ਕੰਪੋਸਟ ਜਿਹੜੀ ਹੈ ਤਿਆਰ ਹੁੰਦੀ ਹੈ। ਸੋ ਹੁਣ ਅਸੀਂ ਉੱਥੇ ਪਹੁੰਚ ਗਏ ਜਿੱਥੇ ਜਿਹੜੀ ਕੰਪੋਸਟ ਹੈ ਬਿਲਕੁਲ ਤਿਆਰ ਕੀਤੀ ਜਾਂਦੀ ਹੈ। ਪੂਰੀ ਜਾਣਕਾਰੀ ਅਸੀਂ ਨਾਲ ਦੀ ਨਾਲ ਲਵਾਂਗੇ। ਸੋ ਸਾਨੂੰ ਤੁਸੀਂ ਪ੍ਰੋਪਰ ਜਾਣਕਾਰੀ ਦੇਣੀ ਹੈ ਕਿ ਕਿਸੇ ਕਿਸਾਨ ਨੇ ਜੇਕਰ ਖੇਤੀ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂਆਤ ਕਰਿਓ? ਇਸ ਮਸ਼ਰੂਮ ਦੀ ਖੇਤੀ ਦੀ ਸਭ ਤੋਂ ਪਹਿਲਾਂ ਜੋ ਸ਼ੁਰੂਆਤ ਹੁੰਦੀ ਹੈ ਉਹ ਤੂੜੀ, ਜੋ ਇਹਨੂੰ ਆਪਾਂ ਕੰਪੋਸਟ ਤਿਆਰ ਕਰਨ ਵਾਸਤੇ ਹੁੰਦੀ ਹੈ, ਇਹਨੂੰ 3-4 ਦਿਨਾਂ ਵਾਸਤੇ ਭਿਗੋਇਆ ਜਾਂਦਾ ਹੈਗਾ ਜੀ। ਪਾਣੀ ਨਾਲ ਚੰਗੀ ਤਰ੍ਹਾਂ ਇਹਨੂੰ 3-4 ਦਿਨ ਭਿਗੋ ਕੇ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਮਟੀਰੀਅਲ ਪੈਂਦੇ ਨੇਗੇ, ਉਹ ਮਟੀਰੀਅਲ ਦੇ ਵਿੱਚ ਮਿਕਸ ਕੀਤੇ ਜਾਂਦੇ ਨੇ, ਜਿਵੇਂ ਕਿ ਚਿਕਨ ਮੈਨਿਓਰ, ਵੀਟ ਚੋਕਰ, ਜਿਪਸਮ, ਯੂਰੀਆ, ਅਮੋਨੀਆ, ਕੁਝ ਹੋਰ ਕੈਮੀਕਲ ਵਗੈਰਾ ਇਹ 'ਚ ਪਾ ਕੇ ਇਹਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ, ਇਹ ਜੋ 3 ਤੁਹਾਨੂੰ ਦਿਖਾਈ ਦੇ ਰਹੇ ਨੇ, ਇਹਨਾਂ ਨੂੰ ਬਿਨ ਕਿਹਾ ਜਾਂਦਾ ਹੈਗਾ ਜੀ, ਬੰਕਰ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ ਜੀ। ਤੇ ਇਹਨਾਂ ਦੇ ਵਿੱਚ ਪਾਇਆ ਜਾਂਦਾ ਹੈਗਾ, ਇਹਨੂੰ ਮਿਕਸ ਕਰਕੇ ਪ੍ਰੋਪਰ ਸਾਰਾ ਇਹਨਾਂ ਦੇ ਵਿੱਚ ਪਾ ਦਿਓ। ਉਸ ਤੋਂ ਬਾਅਦ ਇਹਦੇ ਪਿੱਛੇ ਜੋ ਹਵਾ ਦਾ ਏਰੀਏਸ਼ਨ ਸਿਸਟਮ ਲੱਗਾ ਹੋਏਗਾ, ਉਹਦੇ ਨਾਲ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਬਣੀ ਹੋਈ ਹੈ, ਇਹਦੇ ਅੰਦਰ ਪਾ ਕੇ ਇਹਦੇ 3 ਦਿਨ ਰਹਿਣੀ ਹੈ ਜੀ। 3 ਦਿਨ ਇਹਦੇ ਅੰਦਰ ਇਹਦਾ ਟੈਂਪਰੇਚਰ ਰਾਈਜ਼ਿੰਗ ਹੁੰਦਾ ਹੈਗਾ, ਟੈਂਪਰੇਚਰ ਰਾਈਜ਼ਿੰਗ ਹੋਣ ਨਾਲ ਹੌਲੀ ਹੌਲੀ ਇਹ ਤਿਆਰ ਹੋ ਜਾਂਦੀ ਹੈ ਜੀ। ਜੇਕਰ ਗੱਲ ਕੀਤੀ ਜਾਵੇ ਤੂੜੀ ਦੀ ਤਾਂ ਕਿੰਨੇ ਕੁਇੰਟਲ ਜਿਹੜੀ ਹੈ ਤੂੜੀ ਤੁਹਾਨੂੰ ਲੈਣੀ ਪੈਂਦੀ ਹੈ? ਸਾਡਾ ਬੈਚ ਇੱਕ ਵਾਰ ਦਾ ਬੈਚ ਬਣਦਾ 120 ਕੁਇੰਟਲ ਦੇ ਕਰੀਬ ਸਾਡਾ ਬੈਚ ਬਣਦਾ ਹੈਗਾ ਜੀ। 120 ਕੁਇੰਟਲ ਦੇ ਵਿੱਚ ਅਸੀਂ ਚਿਕਨ ਮੈਨਿਓਰ ਪਾਉਂਦੇ ਹੈਗਾ 60-70% ਤੇ 8% ਦੇ ਲਗਭਗ ਅਸੀਂ ਚੋਕਰ ਪਾਉਂਦੇ ਆ ਤੇ ਤਕਰੀਬਨ 10% ਦੇ ਲਗਭਗ ਅਸੀਂ ਇਹ 'ਚ ਜਿਪਸਮ ਪਾਉਂਦੇ ਆ, 2 ਕੁਇੰਟਲ ਦੇ ਲਗਭਗ ਅਸੀਂ ਯੂਰੀਆ ਪਾਉਂਦੇ ਆ ਤੇ ਅਮੋਨੀਆ ਸਲਫੇਟ ਇਹਦੇ ਅੰਦਰ ਅਸੀਂ ਕੁਝ ਪਾਉਂਦੇ ਆ ਜੀ। ਤੇ ਉਹ ਪ੍ਰੋਪਰ ਮਿਕਸਿੰਗ ਹੋਣ ਤੋਂ ਬਾਅਦ ਇੱਧਰ ਆ ਜਾਂਦਾ ਹੈ। 3 ਦਿਨ ਦਾ ਪ੍ਰੋਸੀਜਰ ਇਹਦਾ ਇੱਕ ਦਾ ਰਹਿੰਦਾ ਹੈਗਾ ਜੀ। 3 ਦਿਨ ਬਾਅਦ ਇਹਦੀ ਪਲਟਾਈ ਕੀਤੀ ਜਾਂਦੀ ਹੈ ਦੂਜੇ ਬਿਨ 'ਚ ਜੀ। ਤੇ ਉਸ ਤੋਂ ਬਾਅਦ 3 ਦਿਨ ਇਹਦੀਆਂ 4 ਪਲਟੀਆਂ ਸਾਡੇ ਕੋਲ ਲਿੱਤੀਆਂ ਜਾਂਦੀਆਂ ਨੇ। ਤਕਰੀਬਨ 4 ਪਲਟੀਆਂ ਜਦੋਂ ਇਹਦੀ ਪੂਰੀਆਂ ਹੋ ਜਾਂਦੀਆਂ ਨੇ ਤਾਂ ਇਹ ਸਾਨੂੰ ਮਤਲਬ ਅਮੋਨੀਆ ਇਹਦਾ ਚੈੱਕ ਕੀਤਾ ਜਾਂਦਾ ਹੈਗਾ। ਅਮੋਨੀਆ ਚੈੱਕ ਕਰਕੇ ਇਹਦਾ ਸਾਨੂੰ ਆਪਣੇ ਅੱਖਾਂ ਨਾਲ ਇੰਨਾ ਕੁ ਅੰਦਾਜ਼ਾ ਹੋ ਜਾਂਦਾ ਵੀ ਤਿਆਰ ਹੈ ਜੀ। ਜਦੋਂ ਇਹ ਤਿਆਰ ਹੋ ਜਾਂਦੀ ਹੈ ਤਾਂ ਇਹਨੂੰ ਬੰਕਰ ਬੋਲਿਆ ਜਾਂਦਾ ਹੈ। ਜੋ ਇਹ ਸਿਸਟਮ ਤੁਸੀਂ ਦੇਖ ਰਹੇ ਹੋ, ਇੱਕ ਵਾਰ ਅਸੀਂ ਬੰਕਰ ਜ਼ਰੂਰ ਦਿਖਾ ਦਿੰਦੇ ਆ ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਹੈ ਤੂੜੀ ਦੇ ਵਿੱਚ ਜਿਹੜੇ ਇਹਦੇ ਪਦਾਰਥ ਨੇ ਉਹ ਮਿਲਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜੋ ਇਹਨਾਂ ਨੇ ਬੰਕਰ ਤਿਆਰ ਕੀਤੇ ਹੋਏ ਨੇ, ਫਿਰ ਜਦੋਂ ਇਹ ਬੰਕਰ ਤਿਆਰ ਕਰਦੇ ਹੋ ਤਾਂ ਇਹ ਕਿਸ ਤਰ੍ਹਾਂ ਤਿਆਰ ਹੁੰਦੇ ਨੇ, ਕਿੰਨਾ ਕੁ ਖਰਚਾ ਆ ਜਾਂਦਾ ਤੇ? ਐਕਚੁਅਲੀ ਇਹਦੇ ਵਿੱਚ ਜੋ ਦੀਵਾਰਾਂ ਬਣੀਆਂ ਹੋਈਆਂ ਨੇ ਇਹਦੇ ਅੰਦਰ ਇਨਸੂਲੇਟਡ ਵਾਲ ਹੁੰਦੀ ਹੈ ਸਾਰੀ ਜੀ। ਤੇ ਇਹਦੇ ਨੀਚੇ 5 ਫੁੱਟ ਬਾਏ 2 ਫੁੱਟ ਦਾ ਭੌਰਾ ਹੁੰਦਾ ਹੈਗਾ, ਭੌਰਾ ਕਹਿ ਸਕਦੇ ਆਪਾਂ ਨੀਚੇ, ਖੱਡਾ ਕਹਿ ਸਕਦੇ ਆ। ਤੇ ਇਹਦੇ ਜੋ ਫਰਸ਼ ਹੈਗਾ ਇਹਦੇ ਅੰਦਰ ਵੀ ਸੁਰਾਖ ਹੁੰਦੇ ਨੇ। ਇਹ ਸੁਰਾਖ ਕਿਸ ਲਈ ਕੀਤੇ ਜਾਂਦੇ ਨੇ? ਸੁਰਾਖ ਇਹਦੇ ਅੰਦਰੋਂ ਹਵਾ ਦੀ ਐਰੇਸ਼ਨ ਕਰਵਾਈ ਜਾਂਦੀ ਹੈ ਜੀ, ਪ੍ਰੋਪਰ ਉਹਦਾ ਟੈਂਪਰੇਚਰ ਮੇਨਟੇਨ ਕਰਨ ਵਾਸਤੇ, ਉਹਦੀ ਕਿਉਰਿੰਗ ਕਰਨ ਵਾਸਤੇ, ਉਹਦੀ ਪੈਸਚਰਾਈਜੇਸ਼ਨ ਇਹਦੇ ਅੰਦਰ ਕੀਤੀ ਜਾਂਦੀ ਹੈ ਜੀ। ਉਹ ਤਕਰੀਬਨ 8 ਦਿਨ ਦਾ ਪ੍ਰੋਸੀਜਰ ਹੈ ਜੀ। ਤੇ ਉੱਪਰ ਵੀ ਸਾਰੀ ਇਨਸੂਲੇਸ਼ਨ ਹੈਗੀ, ਦੀਵਾਰਾਂ 'ਚ ਇਨਸੂਲੇਸ਼ਨ, ਥੱਲੇ ਇਨਸੂਲੇਸ਼ਨ, ਤੇ ਤਕਰੀਬਨ 8 ਦਿਨ ਇਹਦੇ ਅੰਦਰ ਰੱਖ ਕੇ ਪਹਿਲੇ ਹੁੰਦੀ ਹੈ ਇਹਦੀ ਪੈਸਚਰਾਈਜੇਸ਼ਨ ਦੀ ਜੋ ਕਿਰਿਆ ਹੁੰਦੀ ਹੈ, ਤਕਰੀਬਨ 24 ਘੰਟੇ ਉਹ ਬਣਦੀ ਹੈ ਜੀ। ਉਸ ਤੋਂ ਹੁੰਦੀ ਹੈ ਕੰਡੀਸ਼ਨਿੰਗ ਯੂਨਿਟ ਜੀ, 24 ਘੰਟੇ ਕੰਡੀਸ਼ਨਿੰਗ। ਉਸ ਤੋਂ ਬਾਅਦ ਉਹਨੂੰ ਹਵਾ ਦੇ ਕੇ ਤੇ ਇਹਦੀ ਕੰਪੋਸਟ ਤਕਰੀਬਨ 8 ਦਿਨਾਂ ਬਾਅਦ ਇੱਥੋਂ ਰੈਡੀ ਹੋ ਕੇ ਬਾਹਰ ਕੱਢ ਲਈ ਜਾਂਦੀ ਹੈ। ਬਿਲਕੁਲ ਇੱਕ ਵਾਰ ਤਸਵੀਰ ਅਸੀਂ ਦਿਖਾ ਦਿੰਦੇ ਆ ਕਿ ਇਹ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਕਿਹਾ ਕਿ ਕਰੀਬ 5 ਫੁੱਟ ਦੇ ਨੀਚੇ ਜਿਹੜਾ ਇਹਨਾਂ ਦੇ ਇੱਕ ਭੋਰਾ ਬਣਾਇਆ ਹੋ ਜਾਂਦਾ ਤੇ ਉਸਦੇ ਇਹ ਇਸੇ ਕਰਕੇ ਬਣਾਇਆ ਗਿਆ ਕਿਉਂਕਿ ਉੱਪਰ ਸੁਰਾਖ ਵੀ ਨੇ ਕਿ ਹਵਾ ਜਿਹੜੀ ਹੈ ਇੱਥੇ ਲੱਗਦੀ ਰਵੇ ਤੇ ਇਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਹਵਾ ਇਧਰੋਂ ਚੈਂਬਰ ਨਾਲ ਜੋ ਮਕੈਨੀਕਲੀ ਸੈਟਅਪ ਜੋ ਲੱਗਾ ਹੋਏਗਾ ਉਹਦੇ ਨਾਲ ਰਾਉਂਡ ਟੂ ਫਿਗਰ ਘੁਮਾਈ ਜਾਂਦੀ ਹੈ। ਰਾਉਂਡ ਟੂ ਫਿਗਰ ਇਧਰੋਂ ਹਵਾ ਆਈ, ਇੱਥੋਂ ਨਿਕਲੀ ਤੇ ਉਹ ਜੋ ਸੁਰਾਖ ਤੁਹਾਨੂੰ ਦਿਖ ਰਿਹਾ ਹੈਗਾ ਉਧਰੋਂ ਵਾਪਸੀ ਜਾ ਕੇ ਉਹ ਜੋ ਸਾਹਮਣੇ ਬਲੋਰ ਲੱਗਿਆ ਹੈਗਾ
ਇਹਦੇ ਨਾਲ ਏਰੇਸ਼ਨ ਦੀ ਰਾਉਂਡ ਅਪ ਹੁੰਦੀ ਰਹਿੰਦੀ ਹੈ ਡੇਲੀ। ਜੀ ਇਹ ਤਕਰੀਬਨ 8 ਦਿਨ ਦਾ ਪ੍ਰੋਸੀਜਰ ਹੈ। ਪੂਰਾ ਕਰਕੇ ਇੱਥੋਂ ਜਦੋਂ ਇਹਨੂੰ ਟੈਂਪਰੇਚਰ ਘੱਟ ਵੱਧ ਹੁੰਦਾ ਹੈਗਾ, ਇਹ ਅਸੀਂ ਆਪਣੇ ਆਪ ਦਾ ਬਣਾ ਕੇ ਸਿਸਟਮ ਲਾਇਆ ਹੋਇਆ ਹੈਗਾ। ਇਹਦੇ ਨਾਲ ਅਸੀਂ ਇਹਨੂੰ ਟੈਂਪਰੇਚਰ ਕੰਟਰੋਲ ਕਰਦੇ ਹਾਂ। ਇਹ ਜੇ ਕਿਸੇ ਕਿਸਾਨ ਨੇ ਸ਼ੁਰੂਆਤ ਕਰਨੀ ਹੋਵੇ ਤੇ ਇਹ ਤੁਸੀਂ ਆਪਣਾ ਆਪ ਲਗਾਇਆ ਜੁਗਾੜੀ ਹੈ ਜਾਂ ਫਿਰ ਬਾਹਰੋਂ ਵੀ ਉਹ ਖਰੀਦ ਸਕਦੇ ਨੇ? ਬਾਹਰੋਂ ਮਿਲ ਸਕਦਾ ਹੈਗਾ, ਜੀ। ਅਸੀਂ ਆਪਣੀ ਦੇਖ ਰੇਖ 'ਚ ਇੱਥੋਂ ਹੀ ਬਣਵਾਇਆ ਹੈਗਾ। ਜੀ ਆਪ ਮਿਲ ਸਕਦਾ ਹੈਗਾ, ਮਾਰਕੀਟ ਸਭ ਕੁਝ ਮਿਲਦਾ ਹੈਗਾ। ਇਹ ਬਣੇ ਬਣਾਏ ਮਿਲ ਜਾਂਦੇ ਨੇ, ਇਹ ਸਭ ਕੁਝ ਮਿਲ ਇਹਦਾ ਜਾਂਦਾ। ਨਾਮ ਕੀ ਹੈ? ਇਹਨੂੰ ਬਲੋਰ ਕਿਹਾ ਜਾਂਦਾ ਜੀ। ਬਲੋਰ। ਇਹ ਹਵਾ ਦੇ ਲਈ ਜ਼ਰੂਰੀ ਹੁੰਦਾ? 7.5 HP ਦਾ ਬਲੋਰ ਹੈ ਜੀ ਇਹ। ਤੇ ਇਹਦੇ ਟਨਲ ਬਣੀ ਹੋਈ ਹੈ। ਇਹ ਤਾਂ ਬੰਕਰ ਹੋ ਗਿਆ ਜੀ। ਇਹ ਬੰਕਰ ਛੋਟੇ ਵੱਡੇ ਹਰ ਇੱਕ ਕਿਸਾਨ ਦੀ ਆਪਣੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਬਣ ਸਕਦੇ ਨੇ। ਸਾਡੀ ਜ਼ਰੂਰਤ 120 ਕੁਇੰਟਲ ਦੀ ਹੈ ਤਾਂ ਅਸੀਂ ਐਡਾ ਬਣਾ ਲਿਆ। ਇਹ ਮੋਸਟਲੀ 60 ਕੁਇੰਟਲ 120 ਕੁਇੰਟਲ 200 ਕੁਇੰਟਲ ਤੱਕ ਵੀ ਬਣਦੇ ਨੇ ਜੀ। ਅਸੀਂ ਫਿਰ ਉੱਥੇ ਵਾਪਸੀ ਕਰਾਂਗੇ ਜਿੱਥੋਂ ਅਸੀਂ ਆਏ ਸੀ, ਕਿਉਂਕਿ ਆਪਾਂ ਉਹ ਦਿਖਾਉਣਾ ਕਿ ਜਦੋਂ ਕੰਪੋਸਟ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਬੰਕਰਾਂ ਦੇ ਵਿੱਚ ਆਉਂਦੀ ਹੈ, ਇੱਕ ਬਿਨ ਬਣਾਏ ਜਾਂਦੇ ਨੇ, ਉਹਨਾਂ ਬਿਨ ਦੇ ਵਿੱਚ ਆਉਂਦੀ ਹੈ ਤੇ ਫਿਰ ਜਦੋਂ ਉਹਨੂੰ ਗਿੱਲਾ ਕਰਦੇ ਹੋ ਤਾਂ ਇੱਥੇ ਬਾਹਰ ਕਿੰਨੇ ਦਿਨ ਦਾ ਪ੍ਰੋਸੀਜਰ ਹੁੰਦਾ? ਉਸ ਤੋਂ ਬਾਅਦ 2-3 ਦਿਨ ਤੋਂ ਬਾਅਦ ਫਿਰ ਅੰਦਰ ਲੈ ਕੇ ਆਉਣੇ ਬਿਨ ਦੇ ਵਿੱਚ? ਜੀ। ਉੱਥੇ ਤਕਰੀਬਨ ਇਹਦਾ 3 ਦਿਨ ਰੱਖ ਕੇ ਤੀਜੇ ਦਿਨ ਇਹਦੀ ਪਲਟੀ ਹੁੰਦੀ ਹੈ ਹਰ ਵਾਰ ਜੀ। ਇਹਦੀ 4 ਪਲਟੀਆਂ ਉੱਥੇ ਲਿੱਤੀਆਂ ਜਾਂਦੀਆਂ ਨੇ ਜੀ। ਤੇ 4 ਪਲਟੀਆਂ ਪੂਰੀਆਂ ਹੋਣ ਤੋਂ ਬਾਅਦ ਫਿਰ 7 ਦਿਨਾਂ ਵਾਸਤੇ ਇਹਦੇ ਬੰਕਰ ਦੇ ਅੰਦਰ ਆ ਜਾਂਦੀ। ਜੀ। ਸੋ ਅਸੀਂ ਇਹਨੂੰ ਟਨਲ ਬੋਲਿਆ ਜਾਂਦਾ ਹੈਗਾ। ਟਨਲ ਬੋਲਿਆ ਜੀ। ਜਾਂਦਾ। ਇਹ ਟਨਲ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਆ ਕਿ ਇਹ ਅਲੱਗ-ਅਲੱਗ ਜੋ ਟਨਲ ਬਣਾਏ ਗਏ ਨੇ। ਕੰਪੋਸਟ ਤੂੜੀ ਵਾਲੀ ਜਿਹੜੀ ਹੈ ਤਿਆਰ ਹੋ ਕੇ ਉਸ ਤੋਂ ਬਾਅਦ ਇੱਥੇ ਆਉਂਦੀ ਆ। ਫਿਰ ਇੱਥੇ ਕਿੰਨੇ ਦਿਨ ਦਾ ਜਿਹੜਾ ਸਮਾਂ ਇਹ ਲਿਆ ਜਾਂਦਾ? 19-20 ਦਿਨ ਦਾ ਪ੍ਰੋਸੀਜਰ ਹੈਗਾ ਜੀ। ਜੀ। ਟੋਟਲ 19-20 ਦਿਨਾਂ ਤੱਕ ਜਿਹੜੀ ਅਸੀਂ ਜ਼ਰੂਰ ਦਿਖਾ ਦਵਾਂਗੇ ਕਮਲ ਇੱਕ ਵਾਰ। ਸੋ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਪੂਰਾ ਜਿਹੜਾ ਗਿੱਲਾ ਕੀਤਾ ਜਾਂਦਾ ਹੈ, ਇਹਦੇ ਵਿੱਚ ਜਿਹੜੇ ਪਦਾਰਥ ਨੇ ਉਹ ਮਿਲਾਏ ਗਏ ਨੇ। ਸੋ ਉਸ ਤੋਂ ਬਾਅਦ ਇਹਦੀਆਂ ਪਲਟੀਆਂ ਵੀ ਮਰਵਾਉਣੀਆਂ ਜ਼ਰੂਰੀ ਨੇ? 4 ਵਾਰ ਜੀ। ਇੱਕ ਕੰਪੋਸਟ ਦੀ 4 ਵਾਰ ਅਸੀਂ ਜ਼ੀਰੋ ਤੋਂ ਲੈ ਕੇ ਇਹਦੀ 4 ਪਲਟੀਆਂ ਅਸੀਂ ਕਰਵਾਉਂਦੇ ਹੈਗੇ ਜੀ। 4 ਪਲਟੀਆਂ ਤੋਂ ਫੇਰ ਜਾ ਕੇ ਉਸ ਤੋਂ ਬਾਅਦ ਅਗਲੇ ਪ੍ਰੋਸੀਜਰ ਜਾਂਦੀ। ਇਹਨੂੰ ਫੇਸ 1 ਬੋਲਿਆ ਜਾਂਦਾ ਹੈਗਾ। ਉਸ ਤੋਂ ਬਾਅਦ ਉਹ ਫੇਸ 2 ਹੈਗਾ। ਇਹਦੇ 'ਚ ਪਾਣੀ ਦੀ ਮਾਤਰਾ ਫਿਰ ਘਟਦੀ ਜਾਂਦੀ ਹੋਏਗੀ ਦਿਨ ਬ ਦਿਨ? ਅਗਰ ਥੋੜੀ ਬਹੁਤੀ ਜ਼ਰੂਰਤ ਪੈਂਦੀ ਹੈ, ਜਿਵੇਂ ਅੱਜ ਕੱਲ੍ਹ ਧੁੱਪ ਪੈ ਰਹੀ ਹੈਗੀ, ਥੋੜਾ ਬਹੁਤਾ ਘਟ ਜਾਂਦਾ ਤਾਂ ਪਾਣੀ ਦਾ ਛਿੜਕਾਅ ਵੀ ਕਰ ਦਿੰਦੇ ਹਾਂ। ਅਦਰਵਾਈਜ਼ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਇਹਦੇ 'ਚ। ਫਿਰ ਜਦੋਂ ਇਹ ਤਿਆਰ ਹੋ ਜਾਂਦਾ ਫਿਰ ਉਸ ਤੋਂ ਬਾਅਦ ਜਿਵੇਂ ਇਹ ਹੋ ਗਈ ਸਾਡੇ ਕੋਲ ਇਹ ਮਸ਼ੀਨ ਬਣੀ ਹੋਈ ਹੈ ਜੀ। ਇਹ ਮਸ਼ੀਨ ਬਣੀ ਹੋਈ ਹੈ। ਐਕਚੁਅਲੀ ਇਹਦੇ ਬੈਗ ਭਰੇ ਜਾਂਦੇ ਨੇ। ਇਹ ਵਾਲੀ ਮਸ਼ੀਨ? ਬੈਗ, ਹਾਂਜੀ। ਇਹਨੂੰ 2 ਤਰ੍ਹਾਂ ਅਸੀਂ ਕਰ ਸਕਦੇ ਹਾਂ। ਇਹ ਮਸ਼ੀਨ ਜ਼ਰੂਰ ਤੁਸੀਂ ਦਿਖਾ ਦਿਓ ਕਮਲ, ਮੈਂ ਕਹਿੰਨੀ ਆ ਕਿ ਇੱਕ ਵਾਰ। ਮਸ਼ੀਨ ਸਾਡੀ ਆਪਣੀ ਇਨਵੈਂਸ਼ਨ ਹੈ। ਅਸੀਂ ਆਪਣੇ ਹਿਸਾਬ ਨਾਲ ਆਪਣੀ ਜ਼ਰੂਰਤ ਮੁਤਾਬਿਕ ਅਸੀਂ ਆਪ ਖੁਦ ਬਣਾਈ ਹੈ ਜੀ। ਇਹਦੇ ਨਾਲ ਲੋਡਰ ਦੇ ਅੰਦਰ ਕੰਪੋਸਟ ਪੈ ਜਾਂਦੀ ਹੈ ਜੀ। ਇਹ ਮਸ਼ੀਨ ਚੱਲਦੀ ਹੈ। ਇਹ ਮਸ਼ੀਨ ਦਾ ਪਾਰਟ ਹੋ ਗਿਆ ਇੱਥੋਂ ਸਪੋਨਿੰਗ। ਇੱਥੇ ਇੱਕ ਬੰਦਾ ਬਹਿ ਜਾਂਦਾ ਹੈਗਾ ਤੇ ਉਹ ਐ ਬੀਜ ਸੱਟਦਾ ਰਹਿੰਦਾ ਹੈਗਾ। ਬੀਜ ਮਿਕਸਿੰਗ ਹੋ ਗਿਆ, ਉਸ ਤੋਂ ਬਾਅਦ ਇਹ ਅੱਗੇ ਬਣਿਆ ਹੋਏਗਾ। ਇੱਥੇ 3 ਲੇਬਰ ਵਾਲੇ ਲੱਗ ਕੇ ਇਹਨਾਂ ਜੋ ਬਣੇ ਹੋਏ ਨੇ ਇੱਥੇ ਬੈਗ ਲਗਾਉਣਗੇ ਤੇ ਉਹ ਬੈਗ ਫਿਲ ਹੋ ਜਾਣੇ। ਤਕਰੀਬਨ 10 ਕਿਲੋ ਇੱਕ ਬੈਗ ਦੇ ਅੰਦਰ ਅਸੀਂ ਕੰਪੋਸਟ ਪਾਉਂਦੇ ਹਾਂ। ਉੱਥੇ ਹੀ ਬੀਜ ਫਿਕਸ ਹੋ ਕੇ ਬੈਗ ਭਰ ਕੇ ਤਿਆਰ ਹੋ ਜਾਂਦਾ ਜੀ। ਸੋ ਇਹ ਜੋ ਮਿੱਟੀ ਪਈ ਹੈ ਸਾਹਮਣੇ ਨਜ਼ਰ ਆ ਰਹੀ ਹੈ, ਇਹਨੂੰ ਕੇਸਿੰਗ ਮਿੱਟੀ ਬੋਲਿਆ ਜਾਂਦਾ ਹੈ। ਜਿਵੇਂ ਬੈਗ ਭਰ ਕੇ ਅਸੀਂ ਰੱਖ ਲਿਆ, 13-14 ਦਿਨਾਂ ਬਾਅਦ ਉਹਦੇ ਅੰਦਰ ਬੀਜ ਦੀ ਰਨਿੰਗ ਹੋ ਜਾਂਦੀ ਹੈ। ਸਪਾਉਨ ਰਨ ਹੋ ਜਾਂਦਾ ਪੂਰਾ, ਬਿਲਕੁਲ ਵਾਈਟਨੈਸ ਆ ਜਾਂਦੀ ਹੈ ਉਹ 'ਚ। ਉਸ ਤੋਂ ਬਾਅਦ ਇਹਨੂੰ ਬਰਾਬਰ ਪ੍ਰੋਪਰ ਕਲੀਅਰ ਕਰਕੇ ਇਹਨੂੰ ਜੋ ਹੈਗੀ ਹੈ ਇਹਨੂੰ ਕੇਸਿੰਗ ਮਿੱਟੀ ਬੋਲਿਆ ਜਾਂਦਾ ਹੈ ਜੀ। ਇਹ ਕੇਸਿੰਗ ਮਿੱਟੀ ਨਾਰੀਅਲ ਦਾ ਬੁਰਾਦਾ ਜੀ, ਥੋੜੀ ਬਹੁਤ ਰੂੜੀ ਤੇ ਜਿਪਸਮ ਵਗੈਰਾ ਪਾ ਕੇ ਇਹਨੂੰ ਤਿਆਰ ਕੀਤਾ ਜਾਂਦਾ ਹੈ। ਇਹ ਤਕਰੀਬਨ 1 ਇੰਚ ਦੇ ਲਗਭਗ 1.5 ਇੰਚ ਦੇ ਲਗਭਗ ਤੂੜੀ ਦੇ ਉੱਪਰ ਕੰਪੋਸਟ ਨਾਲੋਂ ਵੱਖਰੀ ਹੈ। ਕੰਪੋਸਟ ਨਾਲੋਂ ਵੱਖਰਾ ਸਿਸਟਮ ਹੈ ਜੀ ਜੀ। ਇਹ 13-14 ਦਿਨ ਰੱਖ ਕੇ ਕੰਪੋਸਟ ਰੱਖੀ, ਸਪਾਉਨ ਰਨ ਹੋ ਗਿਆ। ਉਸ ਤੋਂ ਬਾਅਦ 13-14 ਦਿਨਾਂ ਬਾਅਦ ਅਸੀਂ ਇਹਨੂੰ ਇੰਨੀ ਤਕਰੀਬਨ 2 ਇੰਚ ਦੇ ਲਗਭਗ 1.5-2 ਇੰਚ ਇਹਨੂੰ ਉਹਦੇ ਉੱਤੇ ਪਾਇਆ ਜਾਂਦਾ ਹੈਗਾ। ਫਿਰ ਜਿਹੜੇ ਤੁਸੀਂ ਬੈਗ ਤਿਆਰ ਕਰਦੇ ਹੋ ਉਹਨਾਂ ਦੇ ਉੱਪਰ ਪਹਿਲਾਂ ਕੰਪੋਸਟ ਹੁੰਦੀ ਹੈ, ਫਿਰ ਉਸ ਤੋਂ ਪਰੇ ਹੁੰਦੀ ਹੈ? ਬਿਲਕੁਲ, ਪਹਿਲਾਂ ਕੰਪੋਸਟ ਹੋ ਗਈ ਤਕਰੀਬਨ 8 ਇੰਚ 7-8 ਇੰਚ ਕੰਪੋਸਟ ਹੋ ਗਈ, 10 ਕਿਲੋ ਦੀ ਕੰਪੋਸਟ ਹੋ ਗਈ। ਫਿਰ ਇਹ ਤਕਰੀਬਨ 1.5 ਤੋਂ 2 ਕਿਲੋ ਯਾਨੀ ਕਿ 1.5-2 ਇੰਚ ਇਹ ਕੇਸਿੰਗ ਪਾਈ ਜਾਂਦੀ ਹੈ ਜੀ। ਤੇ ਉਸ ਤੋਂ ਬਾਅਦ ਇਹ ਚੱਲ ਜਾਏਗਾ। ਇਹਦੇ ਵਿੱਚ ਜੋ ਸਪੌਨ ਰਨਿੰਗ ਹੁੰਦੀ ਹੈ ਉਹਦੀ ਵਾਈਟਨੈਸ, ਉਹਦਾ ਜਾਲਾ ਕਹਿ ਦਿੰਦੇ ਆ ਦੇਸੀ ਭਾਸ਼ਾ 'ਚ, ਜੋ ਆਪਾਂ ਲੋਕਲ ਭਾਸ਼ਾ ਦੇ ਜਾਲਾ ਚੱਲ ਪਿਆ। ਉਸ ਤੋਂ ਬਾਅਦ ਤਕਰੀਬਨ 35 ਦਿਨਾਂ ਬਾਅਦ ਮਸ਼ਰੂਮ ਦੀ ਪਿੰਨ ਬਣਨੀ ਸ਼ੁਰੂ ਹੋ ਜਾਂਦੀ ਹੈ ਜੀ। ਇਹਦੇ ਅਕੋਰਡਿੰਗ ਉਹਦਾ ਅਸੀਂ ਟੈਂਪਰੇਚਰ ਮੇਨਟੇਨ ਕਰਦੇ ਹਾਂ, ਜੋ ਵੀ ਟੈਂਪਰੇਚਰ ਦੀ ਜ਼ਰੂਰਤ ਪੈਂਦੀ ਹੈ ਜੀ। ਤੇ ਹੌਲੀ ਹੌਲੀ 35 ਤੋਂ 40 ਦਿਨਾਂ ਬਾਅਦ ਇਹਦੀ ਪਹਿਲੀ ਤੋੜਾਈ ਮਸ਼ਰੂਮ ਦੀ ਉਹਦੇ ਅੰਦਰ ਤਿਆਰ ਹੋ ਜਾਂਦੀ ਹੈ ਜੀ। ਜੇਕਰ ਗੱਲ ਕੀਤੀ ਜਾਵੇ ਅਸੀਂ ਇਹ ਝੌਂਪੜੀਆਂ ਹੀ ਕਿਉਂ ਤਿਆਰ ਕੀਤੀਆਂ ਜਾਂਦੀਆਂ ਨੇ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਕਿ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਉਹ ਆਮ ਖੁੱਲੇ ਦੇ ਵਿੱਚ ਬੀਜੀਆਂ ਜਾਂਦੀਆਂ ਨੇ, ਪਰ ਇਹਨੂੰ ਤੁਸੀਂ ਇੱਕ ਬਹੁਤ ਹੀ ਕਾਨਿਆਂ ਵਾਲੀ ਝੌਂਪੜੀ ਤਿਆਰ ਕਰਕੇ ਇਹਦੇ ਵਿੱਚ ਜਿਹੜਾ ਆਪਣੀ ਫਸਲ ਬੀਜੀ ਹੋਈ ਹੈ। ਇਹ ਬੇਸਿਕਲੀ 2 ਤਰ੍ਹਾਂ ਨਾਲ, ਇੱਕ ਤਾਂ ਇਹਦੇ ਅੰਦਰ ਥੋੜੀ ਜਿਹੀ ਨੂੰ ਟੈਂਪਰੇਚਰ ਦੀ ਜ਼ਰੂਰਤ ਪੈਂਦੀ ਹੈ ਜੀ, ਅਲੱਗ-ਅਲੱਗ ਕੰਡੀਸ਼ਨ ਤੇ ਅਲੱਗ-ਅਲੱਗ ਤਰ੍ਹਾਂ ਦੇ ਟੈਂਪਰੇਚਰ ਦੀ ਜ਼ਰੂਰਤ ਪੈਂਦੀ ਹੈ। ਦੂਜਾ ਇਹਦੇ ਵਿੱਚ ਅੰਦਰ ਸਟੈਪ ਬਣ ਜਾਂਦੇ ਨੇ ਜੀ, ਉਹ ਜ਼ਿਆਦਾ ਇਹਦੇ ਅੰਦਰ ਮਲਟੀ ਸਪੈਨਿੰਗ ਵਾਲਾ ਮਲਟੀ ਸਟੇਜ ਇਹਨੂੰ ਆਪਾਂ ਫਸਲ ਕਹਿ ਸਕਦੇ ਹਾਂ ਜੀ।
ਵੀ ਇੱਕ ਝੋਪੜੀ ਦੇ 3 ਤੋਂ 4 ਸਟੇਜਾਂ ਅਸੀਂ ਲੈ ਲੈਂਦੇ ਹਾਂ ਤਾਂ ਮਲਟੀ ਹੋ ਜਾਂਦੇ ਆ ਜੀ ਜੀ ਤੇ ਉਹਦੇ ਅੰਦਰ ਜ਼ਿਆਦਾ ਕੰਪੋਸਟ ਆ ਜਾਂਦੀ ਹੈ ਤੇ ਇਹਦੇ ਨਾਲ ਇੱਕ ਟੈਂਪਰੇਚਰ ਮੇਨਟੇਨ ਕਰਨਾ, ਕਦੇ ਗਰਮੀ ਦੀ ਜ਼ਰੂਰਤ ਹੈ, ਠੰਡ ਦੀ ਜ਼ਰੂਰਤ ਹੈ, ਉਹ ਇਹਦੇ ਅੰਦਰ ਮੇਨਟੇਨ ਹੋ ਜਾਂਦਾ ਹੈਗਾ ਜੀ। ਇਹ ਆਮ ਤੌਰ ਤੇ 2 ਤਰ੍ਹਾਂ ਦੀ ਹੁੰਦੀ ਹੈ ਜੀ ਜਿਵੇਂ ਇਹਨੂੰ ਆਪਾਂ ਸੀਜ਼ਨਲ ਜੋ ਕਿ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ ਇਹ 5 ਮਹੀਨੇ ਤਕਰੀਬਨ ਚੱਲਦੀ ਹੈ ਜੀ। ਇਹਨੂੰ ਸੀਜ਼ਨਲ ਬੋਲਿਆ ਜਾਂਦਾ ਹੈਗਾ ਜੀ ਇਹ ਸੀਜ਼ਨਲ ਹੈ ਔਰ ਇੱਕ ਕੰਡੀਸ਼ਨਲ ਹੁੰਦੀ ਹੈ। ਇਹ ਇੱਕ ਕੰਡੀਸ਼ਨਲ ਹੁੰਦੀ ਹੈ, ਉਹ ਤੁਹਾਨੂੰ ਅਸੀਂ ਬਾਅਦ ਚ ਦਿਖਾਵਾਂਗੇ ਜੀ ਤੇ ਆਓ ਤੁਹਾਨੂੰ ਇਹ ਦਿਖਾਉਂਦੇ। ਫਿਰ ਇੱਕ ਝੌਂਪੜੀ ਦੇ ਵਿੱਚ ਕਿੰਨੇ ਬੈਗ ਤਿਆਰ ਹੁੰਦੇ ਨੇ, ਕਿੰਨੇ ਕ ਰੱਖੇ ਜਾਂਦੇ ਨੇ ਬੈਗ? ਜੋ ਸਾਡਾ ਸਾਈਜ਼ ਹੈਗਾ ਜੀ ਮੈਮ, ਇਹਦੇ ਅੰਦਰ ਅਸੀਂ ਤਕਰੀਬਨ 3500 ਦੇ ਲਗਭਗ ਬੈਗ ਰੱਖਦੇ ਹਾਂ। ਇਹਨੂੰ 3 ਸਟੇਜਾਂ ਦੇ ਅੰਦਰ ਅਸੀਂ ਰੱਖਦੇ ਹਾਂ ਜੀ, ਫਸਟ, ਸੈਕਿੰਡ ਤੇ ਥਰਡ। ਆ ਜੋ ਬੈਗ ਹੈ ਜੋ ਤੁਸੀਂ ਪਿੱਛੇ ਕੰਪੋਸਟ ਤਿਆਰ ਹੋਈ ਹੈ ਜੀ, ਇਹ ਇੰਨੀ ਕੰਪੋਸਟ ਹੋ ਗਈ ਜੀ ਤੇ ਇਹਦੇ ਉੱਪਰ ਇੰਨੀ ਇਹ ਕੇਸਿੰਗ ਮਿੱਟੀ ਹੋ ਗਈ ਜੋ ਤੁਹਾਨੂੰ ਕੇਸਿੰਗ ਮਿੱਟੀ ਇਹ ਗਿੱਲੀ ਨਜ਼ਰ ਆ ਰਹੀ ਹੈ, ਇਹਦੇ ਉੱਪਰ ਪਾਣੀ ਛਿੜਕਦਾ ਛਿੜਕਾਅ ਹੁੰਦਾ ਰਹਿੰਦਾ ਹੈ। ਨਤੀਜੇ ਦਿਨ ਦੂਜੇ ਦਿਨ ਜਿੰਨੀ ਪਾਣੀ ਦੀ ਜ਼ਰੂਰਤ ਹੁੰਦੀ ਉਹ ਪਾਇਆ ਜਾਂਦਾ ਹੈ ਤੇ ਪਾਣੀ ਵਾਟਰਿੰਗ ਇਹਨੂੰ ਹੀ ਹੁੰਦੀ ਹੈ। ਸੋ ਇਹ ਹੁਣ ਫਸਲ ਜਿਹੜੀ ਹੈ ਖੁੰਬਾਂ ਉਗਣੀਆਂ ਸ਼ੁਰੂ ਹੋ ਗਈਆਂ। ਬਿਲਕੁਲ ਬਿਲਕੁਲ, ਜਿਵੇਂ ਛੋਟੇ ਛੋਟੇ ਪਿੰਨ ਨੇਗੇ ਜੀ 35 ਦਿਨਾਂ ਬਾਅਦ ਇਹ ਛੋਟੇ ਛੋਟੇ ਪਿੰਨ ਤੋਂ ਵੱਡੀ ਵੱਡੀ ਹੁੰਦੀ ਇਹ ਵੱਡੇ ਪਿੰਨ ਬਣਨੇ ਸ਼ੁਰੂ ਹੋ ਜਾਂਦੇ। ਤੇ ਇਹਦੀ ਉਮਰ ਕਿੰਨੀ ਹੁੰਦੀ ਹੈ? ਇਹਦੀ ਉਮਰ ਤਕਰੀਬਨ ਸੈਲਫ ਲਾਈਫ 2 ਤੋਂ 3 ਦਿਨ ਹੁੰਦੀ ਹੈ। ਓਕੇ ਜੀ ਤੇ ਫਿਰ ਜਦੋਂ ਇਹਨੂੰ ਬੀਜਣਾ ਸ਼ੁਰੂ ਕਰ ਦਿੰਦੇ ਆ, ਇਹਦੇ ਵਿੱਚ ਆਪਾਂ ਬੀਜ ਪਾ ਦਿੰਦੇ ਆ, ਤਾਂ ਕਿੰਨੇ ਦਿਨਾਂ ਬਾਅਦ ਇਹਦੀ ਪੁੰਗਰ? ਮੰਨ ਲਓ ਜਦੋਂ ਕੰਪੋਸਟ ਐਂਡ ਬੀਜ ਪਾ ਕੇ ਇਹਦੇ ਲਿਫਾਫੇ ਦੇ ਅੰਦਰ ਅਸੀਂ ਰੱਖ ਦਿੰਦੇ ਆ ਤਾਂ ਤਕਰੀਬਨ 35 ਤੋਂ 36 37 ਦਿਨਾਂ ਬਾਅਦ ਇਹ ਮਸ਼ਰੂਮ ਦੇਖਣੀ ਬਾਹਰ ਚਾਲੂ ਹੋ ਜਾਂਦੀ ਹੈ। ਪੁੰਗਰ ਤੇ ਜਾਂਦੀ ਹੈ। ਹਾਂਜੀ ਪੁੰਗਰ ਜਾਂਦੀ ਹੈ ਜੀ। ਸੋ ਇਸ ਤੋਂ ਬਾਅਦ ਕੁਝ ਦਿਨਾਂ ਬਾਅਦ ਇਹਦੀ ਜਿਹੜੀ ਹੈ ਇਹ ਫੁੱਲ ਜਿਹੜਾ ਹੈ ਪੂਰਾ ਬਣ ਜਾਂਦਾ ਹੈ। ਬਿਲਕੁਲ, ਦੇਖੋ ਜੀ ਜਦੋਂ ਇਹ ਸਾਈਜ਼ ਬਣ ਗਿਆ ਤਾਂ ਇਹਨੂੰ ਇਦਾਂ ਘੁਮਾਓ, ਦੇਖੋ ਇਹ ਟੁੱਟ ਚੁੱਕਾ ਜੀ, ਇਹਦੀ ਤੁੜਾਈ ਹੁੰਦੀ, ਇਹਨੂੰ ਚਾਕੂ ਨਾਲ ਕੱਟ ਕੇ ਜੀ ਇਹਦੇ ਪੈਕ ਕੀਤਾ ਜਾਂਦਾ ਹੈ। ਜੀ 2 ਤਰ੍ਹਾਂ ਹੁੰਦੀ ਹੈ ਜੀ, ਇੱਕ ਵਾਸ਼ੇਬਲ, ਇੱਕ ਨਟ, ਇੱਕ ਹੁੰਦੀ ਹੈ ਕਿ ਜੋ ਤੁਸੀਂ ਨੀਲੇ ਰੰਗ ਦੀ ਡੱਬੀ ਦੇਖਦੇ ਹੋ ਜੀ ਮਾਰਕੀਟ ਜਾਂਦੀ ਹੈ ਉਹ ਹੁੰਦੀ ਹੈ। ਉਹ 'ਚ ਅਨਵਾਸ਼ ਜੋ ਮਸ਼ਰੂਮ ਹੁੰਦੀ ਹੈ ਉਹ ਹੁੰਦੀ ਹੈ ਜੀ। ਕਿ ਬਾਕੀ ਕੈਮੀਕਲ ਵਗੈਰਾ ਇਹਨੂੰ ਜਦੋਂ ਆਪਾਂ ਵਾਸ਼ ਕਰਦੇ ਆ ਥੋੜਾ ਬਹੁਤਾ ਯੂਜ਼ ਹੁੰਦਾ ਹੈਗਾ ਬਟ ਉਹ ਈਡੀਏਬਲ ਹੁੰਦਾ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਜੇਕਰ ਗੱਲ ਕੀਤੀ ਜਾਵੇ ਇਹਦੀਆਂ ਵੀ ਕਿਸਮਾਂ ਹੁੰਦੀਆਂ ਨੇ, ਕਿੰਨੀਆਂ ਕਿਸਮਾਂ ਹੋਣਗੀਆਂ ਇਹਦੀਆਂ ਵੀ? ਜੀ ਮੈਮ ਐਕਚੁਅਲੀ ਇਹਦੀ ਕਿਸਮਾਂ ਤਾਂ ਬਹੁਤ ਨੇ ਬਟ ਆਪਣੇ ਜੋ ਨਾਰਥ ਇੰਡੀਆ 'ਚ ਨੇ ਇਹੀ ਬਟਨ ਮਸ਼ਰੂਮ ਦੀ ਹੀ ਵੈਰਾਈਟੀ ਜ਼ਿਆਦਾ ਆਪਣੇ ਪਸੰਦ ਕੀਤੀ ਹੈ, ਇਹੀ ਖਾਧੀ ਜਾਂਦੀ ਹੈ ਤੇ ਈਡੀਏਬਲ ਵੀ ਜ਼ਿਆਦਾਤਰ ਆਪਣੇ ਇਹੀ ਹੈ। ਤੇ ਆਪਣੇ ਏਰੀਆ 'ਚ ਮੋਸਟਲੀ ਜ਼ਿਆਦਾਤਰ ਖਾਣ ਵਾਸਤੇ ਤੇ ਉਗਾਉਣ ਵਾਸਤੇ ਕਮਰਸ਼ੀਅਲ ਯੂਜ਼ ਵਾਸਤੇ ਇਹੀ ਵੈਰਾਈਟੀ ਹੀ ਯੂਜ਼ ਕੀਤੀ ਜਾਂਦੀ ਹੈ। ਜੀ ਤੇ ਇਸ ਤਰ੍ਹਾਂ ਤੁਸੀਂ ਇਹ 3500 ਜਿਹੜੇ ਬੈਗ ਨੇ ਇਸ ਪੂਰੀ ਝੌਂਪੜੀ ਦੇ ਵਿੱਚ ਰੱਖੇ ਹੋਏ ਆ। ਜੇਕਰ ਗੱਲ ਕੀਤੀ ਜਾਵੇ ਇਸ ਝੌਂਪੜੀ ਨੂੰ ਬਣਾਉਣ ਦੇ ਲਈ ਕਿੰਨਾ ਕੁ ਮਿਹਨਤ ਵਾਲਾ ਕੰਮ ਹੁੰਦਾ ਹੈ, ਕਿੰਨੇ ਦਿਨਾਂ 'ਚ ਝੌਂਪੜੀ ਤਿਆਰ ਹੋ ਜਾਂਦੀ ਹੈ? ਤਕਰੀਬਨ 5 ਤੋਂ 5 ਕੁ ਦਿਨਾਂ ਦੇ ਵਿੱਚ ਇਹ ਝੌਂਪੜੀ ਤਿਆਰ ਹੋ ਜਾਂਦੀ ਹੈ। ਮੇਰੀ ਝੌਂਪੜੀ ਥੋੜੀ ਵੱਡੀ ਹੋਣ ਕਰਕੇ ਇਹਦਾ ਖਰਚਾ ਤੇ 80000 ਰੁਪਏ 85000 ਰੁਪਏ ਖਰਚਾ ਪੈਂਦਾ ਤੇ ਇਹ 3500 ਬੈਗ ਦਾ ਮੇਰਾ ਆ ਜਾਂਦਾ ਹੈਗਾ ਤੇ ਇਹ 'ਚ ਤਕਰੀਬਨ 4 ਮਹੀਨੇ 4.5 ਮਹੀਨੇ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਜੇਕਰ ਗੱਲ ਕੀਤੀ ਜਾਵੇ ਆਮ ਤੌਰ ਤੇ ਬਹੁਤ ਸਾਰੇ ਕਿਸਾਨ ਹੁੰਦੇ ਨੇ ਉਹ ਝੋਨੇ ਔਰ ਕਣਕ ਦੀਆਂ ਫਸਲਾਂ ਦੇ ਵਿਚਕਾਰ ਹੀ ਫਸੇ ਰਹਿੰਦੇ ਨੇ, ਇਹ ਤੋਂ ਬਾਹਰ ਨਿਕਲਦੇ ਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਇੰਨਾ ਪਹਿਲਾਂ ਜਿੰਨਾ ਕਣਕ ਔਰ ਝੋਨੇ ਦੀ ਫਸਲ ਤੇ ਖਰਚਾ ਆ ਜਾਂਦਾ ਉਹਨਾਂ ਕੁ ਹੀ ਉਹ ਕਮਾ ਪਾਉਂਦੇ ਨੇ। ਪਰ ਜੇਕਰ ਖੁੰਬਾਂ ਦੀ ਖੇਤੀ ਦੀ ਅਸੀਂ ਗੱਲ ਕਰ ਲੈਂਦੇ ਆ ਤਾਂ ਜਦੋਂ ਤੁਸੀਂ ਤੇ ਕਰੀਬ 80-90 ਹਜ਼ਾਰ ਰੁਪਏ ਦੀ ਜੇ ਤੁਹਾਡੀ ਲਾਗਤ ਆਉਂਦੀ ਹੈ ਤਾਂ ਮੁਨਾਫਾ ਕਿੰਨਾ ਹੈ? ਮੈਂ 80-90 ਹਜ਼ਾਰ ਰੁਪਏ ਦੀ ਝੌਂਪੜੀ ਬਣਾਉਣ ਦੀ ਲਾਗਤ ਬਾਕੀ ਕੰਪੋਸਟ ਦਾ ਤਕਰੀਬਨ 2 ਤੋਂ 2.25 ਲੱਖ ਰੁਪਏ ਦਾ ਖਰਚਾ ਸਾਡਾ ਸਾਰਾ ਆ ਜਾਂਦਾ ਹੈਗਾ। ਉਸ ਤੋਂ ਬਾਅਦ ਇਹ 3-4 ਲੱਖ ਰੁਪਏ ਤੱਕ ਐਵਰੇਜ ਔਨ ਐਵਰੇਜ 3.5-4 ਲੱਖ ਰੁਪਏ ਦਾ ਸਾਨੂੰ ਝੌਂਪੜੀ ਦੇ ਜਾਂਦੀ ਹੈ। ਯਾਨੀ ਕਿ 1.5 ਲੱਖ ਰੁਪਏ ਅਸੀਂ 2 ਲੱਖ ਰੁਪਏ ਅਸੀਂ ਮੰਨ ਕੇ ਚੱਲਦੇ ਇੱਕ ਝੌਂਪੜੀ ਚੋਂ। ਇੱਕ ਝੌਂਪੜੀ ਚੋਂ। ਤੇ ਵੈਸੇ ਤਾਂ ਹੁਣ ਜਿੱਦਾਂ ਗੱਲ ਕੀਤੀ ਜਾਵੇ ਝੌਂਪੜੀਆਂ ਦੀ, ਇਹ ਝੌਂਪੜੀਆਂ ਹੁਣ ਤੁਹਾਡੀਆਂ ਪਰਮਾਨੈਂਟ ਬਣ ਚੁੱਕੀਆਂ ਨੇ? ਇੱਕ ਵਾਰ ਬਣ ਚੁੱਕੀਆਂ ਨੇ, ਅਸੀਂ 4 ਮਹੀਨੇ ਯੂਜ਼ ਕਰਕੇ ਉਸ ਤੋਂ ਬਾਅਦ ਇਹਨੂੰ ਸ਼ਟ ਆਫ ਕਰ ਦੇਣਾਗਾ। ਓਕੇ, ਖਤਮ ਕਰ ਦੇਣਾ ਇੱਕ ਵਾਰ, ਉਸ ਤੋਂ ਬਾਅਦ ਅਗਲੇ ਸਾਲ ਦੁਬਾਰਾ ਇਹਨੂੰ ਲਾਇਆ ਜਾਊਗਾ। ਇਹ ਟੈਂਪਰੇਰੀ ਬੇਸ ਤੇ ਹੀ ਹੁੰਦੀਆਂ ਨੇ ਤੇ ਟੈਂਪਰੇਰੀ ਹੀ ਚੱਲਦੀਆਂ ਨੇ। ਅੱਛਾ, ਫਿਰ ਮਤਲਬ ਜਦੋਂ ਫਸਲ ਉਗਾਉਣੀ ਹੈ ਤਾਂ ਨਵੀਂ ਬਣਾਉਣੀ ਪੈਂਦੀ ਹੈ? ਨਵੀਂ ਬਣਾਉਣੀ ਪੈਣੀ ਹੈ। ਪਹਿਲੇ ਸਾਲ ਇਹਦਾ ਖਰਚਾ ਜ਼ਿਆਦਾ ਹੁੰਦਾ ਹੈ, ਜਿਵੇਂ ਤੁਹਾਨੂੰ 80000 ਰੁਪਏ ਦੱਸੇਗਾ ਉਹ ਪਹਿਲੇ ਸਾਲ ਦਾ ਖਰਚਾ ਹੈ। ਉਸ ਤੋਂ ਬਾਅਦ ਇਹਦੀ ਪੰਨੀ ਬਦਲਣੀ ਹੈ, ਥੋੜਾ ਬਹੁਤਾ ਬਣਾਉਣ ਦਾ ਖਰਚਾ ਹੈ, 15 ਤੋਂ 20000 ਰੁਪਏ ਖਰਚਾ ਹੈ। ਉਸ ਤੋਂ 5 ਸਾਲ ਇਹ ਤਕਰੀਬਨ ਐਡਵਾਂਸ ਕੰਮ ਆ ਜਾਂਦੇ ਨੇ। ਉਸ ਤੋਂ ਬਾਅਦ ਇਹ ਖਰਚਾ ਵੀ ਘਟ ਜਾਂਦਾ, ਦੂਜੇ ਸਾਲ ਇਹਦਾ ਖਰਚਾ ਕਾਫੀ ਘਟ ਜਾਂਦਾ ਹੈ ਤੇ ਉਹ ਖਰਚਾ ਵੀ ਨਹੀਂ ਰਹਿੰਦਾ ਹੈਗਾ। ਕਿੰਨੇ ਸਾਲ ਹੋ ਗਏ ਤੁਹਾਨੂੰ ਖੇਤੀ ਕਰਦਿਆਂ ਨੂੰ? ਇਹ ਮੈਨੂੰ 4ਥਾ ਸਾਲ ਹੋ ਗਿਆ ਜੀ ਹੁਣ ਲਗਾਤਾਰ ਤੇ ਠੀਕ ਹੈ ਜੀ, ਬਹੁਤ ਵਧੀਆ ਲੱਗ ਰਿਹਾ ਮੈਨੂੰ। ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਕਿਸਾਨ ਜਿਹੜੇ ਝੋਨੇ ਦੀ ਮੈਂ ਪਹਿਲਾਂ ਵੀ ਕਿਹਾ ਸੀ ਕਣਕ ਦੀ ਖੇਤੀ ਕਰਦੇ, ਤੁਹਾਡੇ ਆਂਢੀ ਗੁਆਂਢੀ ਵੀ ਕਰਦੇ ਹੋਣਗੇ। ਜਦੋਂ ਤੁਸੀਂ ਖੁੰਬਾਂ ਦੀ ਖੇਤੀ ਦਾ ਨਾ ਮੁਨਾਫਾ ਲੈ ਕੇ ਆ ਰਹੇ ਹੋ ਤਾਂ ਫਿਰ ਨਾਲ ਦੇ ਕਹਿੰਦੇ ਹੋਣਗੇ ਭਾਈ ਸਾਨੂੰ ਵੀ ਦੱਸ, ਅਸੀਂ ਵੀ ਕਰਿਆ ਕਰੀਏ। ਬਿਲਕੁਲ ਆਉਂਦੇ ਨੇ ਜੀ, ਕਾਫੀ ਆਉਂਦੇ ਨੇ ਕਿ ਡੇਲੀ 1 ਜਾਂ 2 ਪਰਸਨ ਡੇਲੀ ਆਉਂਦੇ ਨੇ ਸਾਡੇ ਕੋਲ। ਅਸੀਂ ਸਾਡੇ ਤੋਂ ਜਿੰਨਾ ਕੁ ਗਾਈਡ ਹੁੰਦਾ ਹੈਗਾ ਅਸੀਂ ਗਾਈਡ ਵੀ ਕਰਦੇ ਹਾਂ। ਇਹ ਤੋਂ KVK ਸੈਂਟਰ ਪੈਂਦਾ ਸੰਗਰੂਰ, ਅਸੀਂ ਉਹਨਾਂ ਦਾ ਨੰਬਰ ਦੇ ਦਿੰਦੇ ਹਾਂ। ਉੱਥੇ ਮੈਡਮ ਨੇ ਰਵਿੰਦਰ ਕੌਰ ਜੀ, ਤੇ ਉਹਨਾਂ ਨਾਲ ਅਸੀਂ ਕੰਟੈਕਟ ਕਰਵਾ ਦਿੰਦੇ ਹਾਂ। ਉਹ ਟ੍ਰੇਨਿੰਗ ਵੀ ਪ੍ਰੋਵਾਈਡ ਕਰਵਾ ਰਹੇ ਨੇ। ਐਤਕੀ ਚ ਅਸੀਂ 10 ਤੋਂ 12 ਬੰਦਿਆਂ ਨੂੰ ਟ੍ਰੇਨਿੰਗ ਦਿਲਵਾ ਰਹੇ ਹਾਂ ਉੱਥੋਂ ਤੇ ਉਹਨਾਂ ਦੇ ਸ਼ਾਇਦ 10 ਤੋਂ 12 ਫਾਰਮ ਅਗਲੀ ਵਾਰ ਅਸੀਂ ਨਵੇਂ ਲਗਵਾ ਦੇਵਾਂਗੇ।
ਇਹ ਜਿਹੜਾ ਸੌਖਾ ਨਹੀਂ ਹੈ ਤੇ ਬਹੁਤ ਮਿਹਨਤ ਮੰਗਦਾ ਹੈ ਕਿਉਂਕਿ ਪੂਰਾ ਦਿਨ ਤੁਹਾਨੂੰ ਇੱਥੇ ਰਹਿਣਾ ਪੈਂਦਾ ਹੈ ਔਰ 3500 ਬੈਗ ਇੱਕ ਝੌਂਪੜੀ ਚ ਨੇ ਤੇ ਤੁਹਾਡੀਆਂ 5-7 ਝੌਂਪੜੀਆਂ 11 ਝੌਂਪੜੀਆਂ ਨੇ। 11 ਝੌਂਪੜੀਆਂ 11 ਝੌਂਪੜੀਆਂ ਨਜ਼ਰ ਆ ਰਹੀਆਂ ਨੇ ਤੇ 11 ਝੌਂਪੜੀਆਂ ਨੂੰ ਸੰਭਾਲ ਲਈ ਕਿੰਨੇ ਮਜ਼ਦੂਰ ਕੰਮ ਕਰਦੇ ਹੋਣਗੇ? ਇਹ ਤਕਰੀਬਨ 20 ਤੋਂ 25 22 ਲੇਬਰ ਮੇਰੇ ਕੋਲ ਇਹ ਪੱਕੀ ਹੈਗੀ, ਜੋ ਯੂਪੀ ਦੇ ਲੇਬਰ ਹੈਗੀ ਉਹ ਸਾਰੀ ਪੱਕੀ ਹੈਗੀ। ਉਸ ਤੋਂ ਸਿਵਾਏ ਜੋ ਮੇਰੇ ਪਿੰਡ ਚੋਂ ਵੀ ਲੇਬਰ ਆ ਜਾਂਦੀ ਹੈਗੀ ਤੇ ਉਹ ਵੀ 10 ਤੋਂ 12 ਆ ਜਾਂਦੇ, ਜੋ ਟਾਈਮ ਦੇ ਅਕੋਰਡਿੰਗ ਜਿਵੇਂ ਵੀ ਕੰਮ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਨਾਲ ਆਪਾਂ ਦਿਖਾਣਾ ਵੀ ਹੈਗਾ ਜ਼ਰੂਰ ਨਾਲ ਦਰਸ਼ਕਾਂ ਨੂੰ ਕਿ ਇਹ ਕਿਸ ਤਰ੍ਹਾਂ ਤਿਆਰ ਕੀਤੇ ਗਏ ਨੇ। ਸੀ ਬੈਗ ਕਮਲ ਇੱਕ ਵਾਰ ਜਿਹੜੇ ਤੁਸੀਂ ਕੈਮਰਾ ਪੈਨ ਕਰਕੇ ਜ਼ਰੂਰ ਦਿਖਾ ਦਿਓ ਕਿ ਇਹ ਮਿਹਨਤ ਕਿੰਨੀ ਮੰਗਦੇ ਨੇ ਔਰ ਇਹ ਕੋਈ ਪੈਸਾ ਕਮਾਉਣਾ ਵੀ ਜਿਹੜਾ ਸੌਖਾ ਕੰਮ ਨਹੀਂ ਹੈ ਔਰ ਤੇ ਮਿਹਨਤ ਬਹੁਤ ਹੈ। ਆਮ ਤੌਰ ਤੇ ਕਹਿ ਜਾਂਦੇ ਨੇ ਕਿ ਕਿਸਾਨ ਵੇਲੇ ਰਹਿੰਦੇ ਨੇ, ਬਸ ਠੀਕ ਹੈ ਇੱਕ ਵਾਰੀ ਵਾਈ ਕੀਤੀ ਔਰ ਉਸ ਤੋਂ ਬਾਅਦ ਵੇਲੇ ਫਸਲ ਕੁਝ ਬਾਅਦ ਅਸੀਂ ਜਿਹੜੀ ਕੱਟਣ ਵੱਢਣ ਜਾਣਾ ਹੁੰਦਾ ਹੈ। ਮੈਂ ਵੇਲੇ ਦੀ ਗੱਲ ਤਾਂ ਇਹ ਦੇਖੋ ਜੀ, ਅਸੀਂ ਸਵੇਰੇ 2 ਭਾਈ ਹੈਗੇ ਸਾਡੇ ਬਾਪੂ ਜੀ ਨੇ। ਸਵੇਰੇ ਜਿਸ ਟਾਈਮ ਵੀ ਉੱਠਣਾ ਤਾਂ ਸਵੇਰੇ ਤੇ ਫਾਰਮ ਤੇ ਹੁੰਦੇ ਆ। ਰਾਤੀ ਅਸੀਂ 11 12 1 ਵਜੇ ਸਾਡਾ ਇੱਥੋਂ ਕੰਮ ਫ੍ਰੀ ਹੁੰਦਾ, ਉਸ ਤੋਂ ਬਾਅਦ ਹੀ ਘਰ ਜਾਈਦਾ ਹੈਗਾ। ਤੇ ਵਿਹਲੇ ਦਾ ਤਾਂ ਇਹ ਮਤਲਬ ਹੀ ਨਹੀਂ ਹੈ ਜੀ। ਇਹ ਮਸ਼ਰੂਮ ਦਾ ਕੰਮ ਕਰਕੇ ਵਿਹਲਾ ਰਹਿਣਾ ਤਾਂ ਭੁੱਲ ਜਾਓ। 24 ਘੰਟੇ ਦਾ ਤਕਰੀਬਨ ਇਹਦਾ ਧਿਆਨ ਰੱਖਣਾ ਪੈਂਦਾ ਹੈਗਾ, ਬੱਚਿਆਂ ਵਾਂਗੂ ਪਾਲਣੀ ਪੈਂਦੀ ਹੈ। ਆਪਣੇ ਬੱਚੇ ਨੂੰ ਅਸੀਂ 2 ਘੰਟੇ ਛੱਡ ਸਕਦੇ, ਇਹਨੂੰ ਨਹੀਂ ਛੱਡ ਸਕਦੇ। ਬਿਲਕੁਲ। ਤੇ ਕਾਫੀ ਕੇਅਰ ਕਰਨੀ ਪੈਂਦੀ ਹੈ। ਦੂਜਾ ਹੋਰ ਫਸਲਾਂ ਨੇ ਗਿਆ ਇੱਕ ਵਾਰ ਕਰ ਲਈ ਤਾਂ 2 ਦਿਨ ਕੰਮ ਕੀਤਾ, 2 ਮਹੀਨੇ ਬਾਅਦ ਕੰਮ ਹੋਣਾ, ਲੇਕਿਨ ਇਹ ਤਾਂ ਡੇਲੀ ਰੂਟੀਨ ਦਾ ਕੰਮ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਹ ਵੀ ਦੱਸ ਦਿੰਦੇ ਆ ਕਿ ਇਹ ਪੰਜਾਬ ਦਾ ਆਖਰੀ ਪਿੰਡ ਹੈ ਜਿੱਥੇ ਅਸੀਂ ਖੜੇ ਹੋਏ ਆ ਤੇ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਸੀਂ ਪਿੰਡਾਂ 'ਚ ਨਜ਼ਰ ਮਾਰਦੇ ਆ ਰਹੇ ਤੇ ਸਾਰੇ ਕਣਕ ਝੋਨਾ ਹੀ ਨਜ਼ਰ ਆਉਂਦਾ ਸਾਨੂੰ, ਪਰ ਇਸੇ ਅਸੀਂ ਆ ਕੇ ਦੇਖਿਆ ਕਿ ਤੁਸੀਂ ਇੰਨੇ ਲੰਬੇ ਜਿਹੜੇ ਏਕੜ ਦੇ ਵਿੱਚ ਜਿਹੜੀ ਇਹ ਖੇਤੀ ਕੀਤੀ ਹੋਈ ਹੈ। ਇਹ ਫਿਰ ਖਿਆਲ ਤੁਹਾਡਾ ਕਿੱਦਾਂ ਬਣਿਆ ਸੀ ਕਿ ਮੈਂ ਖੁੰਬਾਂ ਦੀ ਖੇਤੀ ਕਰਨੀ ਹੈ? ਐਕਚੁਅਲੀ ਅਸੀਂ 20 ਸਾਲ ਪਹਿਲਾਂ ਇਹਨੂੰ ਕਰਿਆ ਸੀਗਾ, ਤਕਰੀਬਨ 99 2000 ਚ ਕਰਿਆ ਸੀ ਇੱਕ ਵਾਰ, ਬਟ ਉਸ ਟਾਈਮ ਮਾਰਕੀਟਿੰਗ ਦੀ ਵਜ੍ਹਾ ਕਰਕੇ ਅਸੀਂ ਇਹਨੂੰ ਛੱਡਤਾ ਸੀਗਾ। ਤੇ ਉਸ ਤੋਂ ਬਾਅਦ ਮੈਂ ਪੜ੍ਹਾਈ ਕਰਨ ਲੱਗ ਗਿਆ ਸੀਗਾ। ਪੜ੍ਹਾਈ ਤੋਂ ਬਾਅਦ ਮੈਂ ਹੋਰ ਬਿਜ਼ਨਸ ਤੇ ਪੈ ਗਿਆ ਸੀਗਾ, ਪੈਸਟੀਸਾਈਡ ਦੀ ਦੁਕਾਨ ਵੀ ਕੀਤੀ ਹੈ ਮੈਂ। ਉਸ ਤੋਂ ਬਾਅਦ ਮੈਂ ਬੈਟਰੀ ਇਨਵਰਟਰ ਬੈਟਰੀ ਜੋ ਬਣਦੀ ਹੈ ਉਹਦਾ ਕੰਮ ਕਰਨ ਲੱਗ ਗਿਆ ਸੀ। ਉਹਦੀ ਫੈਕਟਰੀ ਮੈਂ 4 ਸਾਲ 9 ਸਾਲ ਚਲਾਈ ਹੈ ਜੀ। ਤੇ ਬਟ ਇਹ ਕੰਮ ਜ਼ਿਆਦਾ ਠੀਕ ਲੱਗਿਆ ਕਿਉਂਕਿ ਖੇਤੀ ਨਾਲ ਜੁੜੇ ਆ, ਆਲਰੇਡੀ ਕਿਸਾਨ ਆ, ਖੇਤੀ ਵੀ ਕਰਦੇ ਆ, ਤਾਂ ਇਹਦੇ 'ਚ ਇੱਕ ਮਨ ਵੀ ਲੱਗਦਾ, ਦਿਲ ਲੱਗਦਾ ਹੈਗਾ ਜੀ। ਇਸੇ ਕਰਕੇ ਇਹਨੂੰ ਯੂਜ਼ ਕਰਿਆ। ਹਾਂ, ਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਆਮ ਤੌਰ ਤੇ ਇਹ ਫਸਲਾਂ ਨੂੰ ਕੀਟਨਾਸ਼ਕ ਤਾਂ ਜ਼ਰੂਰ ਪੈਂਦੇ ਨੇ ਕੋਈ ਨਾ ਕੋਈ, ਤੇ ਕੀ ਇਹਨੂੰ ਵੀ ਕੋਈ ਬਿਮਾਰੀ ਲੱਗਦੀ ਹੈ? ਇਹਨੂੰ ਬਹੁਤ ਰੇਅਰਲੀ, ਬਹੁਤ ਥੋੜੇ 1-2 ਫੰਗਸ ਦੀ ਬਿਮਾਰੀਆਂ ਇਹਨੂੰ ਲੱਗਦੀਆਂ ਨੇ ਜਾਂ ਥੋੜਾ ਬਹੁਤਾ ਕੀਟ ਪਤੰਗਾ, ਤੇ ਮੋਸਟਲੀ ਇਹਨੂੰ ਕੋਈ ਪੈਸਟੀਸਾਈਡ ਵਗੈਰਾ ਅਸੀਂ ਯੂਜ਼ ਨਹੀਂ ਕਰਦੇ। ਥੋੜਾ ਬਹੁਤਾ ਇੱਕ ਅੱਧਾ ਫੰਗੀਸਾਈਡ ਹੁੰਦਾ ਹੈਗਾ ਜੋ ਅਸੀਂ ਯੂਜ਼ ਕਰਦੇ ਹਾਂ ਬਸ, ਉਹ ਵੀ ਨਾਰਮਲ ਜਿਹਾ, ਕੋਈ ਜ਼ਿਆਦਾ ਨਹੀਂ। ਇਹ ਮੇਰੇ ਲਈ ਪੈਸਟੀਸਾਈਡ ਤੋਂ ਬਿਨਾਂ ਹੀ ਕਹਿ ਸਕਦੇ ਆਪਾਂ ਇਹਨੂੰ ਜੀ। ਤੇ ਇਸ ਦਾ ਮੰਡੀਕਰਨ ਵੀ ਹੁੰਦਾ ਹੈ ਜੀ? ਇਸ ਦਾ ਮੰਡੀਕਰਨ ਅਸੀਂ ਲੁਧਿਆਣਾ, ਚੰਡੀਗੜ੍ਹ ਤੇ ਇੱਕ ਕੈਨਿੰਗ ਦੀ ਫੈਕਟਰੀ ਪੈਂਦੀ ਹੈ ਭੇਵਾ ਦੇ ਲਾਗੇ ਬਾਜਵਾ ਮਸ਼ਰੂਮ ਫਾਰਮ, ਉਹਦੇ ਨਾਲ ਅਸੀਂ ਕਰਦੇ ਹਾਂ ਜੀ। ਤੇ ਉਹਨਾਂ ਡੇਲੀ ਦੀ ਇਹਦੀ ਮਾਰਕੀਟਿੰਗ ਹੁੰਦੀ ਹੈ ਤੇ ਡੇਲੀ ਦੀ ਪ੍ਰੋਡਕਸ਼ਨ ਹੁੰਦੀ ਹੈ, ਡੇਲੀ ਦੀ ਤੁੜਾਈ ਹੈ ਤੇ ਡੇਲੀ ਇਹਦੀ ਕਰਨਾ ਪੈਂਦਾ ਸਭ ਕੁਝ ਜੋ ਵੀ ਹੈਗਾ। ਤੇ ਇੱਕ ਸਵਾਲ ਹੈ ਕਿ ਇੱਕ ਦਿਨ 'ਚ ਕਿੰਨਾ ਕੁ ਪੈਸਾ ਆ ਜਾਂਦਾ ਹੈ? ਮੈਮ ਪੈਸੇ ਦੀ ਗੱਲ ਐਵਰੇਜ ਲਾ ਲਓ 20,000 ਤੋਂ ਲੈ ਕੇ 70-80 ਹਜ਼ਾਰ ਰੁਪਏ ਤੱਕ ਡੇਲੀ ਅਸੀਂ ਸੇਲ ਕਰ ਲੈਂਦੇ ਹਾਂ। ਕੀ ਬਾਤ ਹੈ। 70 ਤੋਂ 80 ਹਜ਼ਾਰ ਰੁਪਏ ਡੇਲੀ ਸੇਲ। ਤੇ ਉਹ ਤਾਂ ਬਾਕੀ ਪੈਸੇ ਦਾ ਤਾਂ ਨਹੀਂ, ਬਹੁਤ ਸਾਰੇ ਕਿਸਾਨ ਹੁੰਦੇ ਨੇ ਕਿ ਆਪਾਂ ਕਹਿੰਦੇ ਕਿ ਕਰਜ਼ਾ ਚੜ ਗਿਆ ਸਾਡੇ ਸਿਰ ਤੇ, ਬਹੁਤ ਸਾਰੇ ਕਿਸਾਨ ਇਸੇ ਕਰਕੇ ਆਤਮ ਹੱਤਿਆ ਵੀ ਕਰ ਰਹੇ ਨੇ। ਫਿਰ ਉਹਨਾਂ ਨੂੰ ਇੱਕ ਜਿਹੜੀ ਹੈ ਤੁਸੀਂ ਅਪੀਲ ਜ਼ਰੂਰ ਕਰੋ ਕਿ ਜੇਕਰ ਇਸ ਤਰ੍ਹਾਂ ਦੀ ਅਸੀਂ ਖੇਤੀ ਕਰਦੇ ਹਾਂ ਤਾਂ ਬਹੁਤ ਸਾਰਾ ਮੁਨਾਫਾ ਵੀ ਹੋ ਜਾਂਦਾ ਹੈ। ਜੀ ਬਿਲਕੁਲ, ਮੁਨਾਫੇ ਦੀ ਗੱਲ ਕਹਿ ਸਕਦੇ ਹਾਂ। ਇਹਦੇ 'ਚ ਮਸ਼ਰੂਮ ਦੀ ਖੇਤੀ ਕਰਕੇ ਉਹ ਅਲੱਗ ਹਟ ਕੇ ਵਿਹਲੇ ਟਾਈਮ 'ਚ, ਕਿਉਂਕਿ ਇਹ ਟਾਈਮ ਜਦੋਂ ਮਸ਼ਰੂਮ ਹੁੰਦੀ ਹੈ ਬਿਲਕੁਲ ਵਿਹਲਾ ਟਾਈਮ ਹੁੰਦਾ ਹੈਗਾ, ਕਿਉਂਕਿ ਕਣਕ ਹੋ ਜਾਂਦੀ ਹੈ, ਕਣਕ 'ਚ ਕੋਈ ਕੰਮ ਨਹੀਂ ਹੁੰਦਾ, ਸਿਆਲ ਸਾਰਾ ਵਿਹਲਾ ਹੁੰਦਾ ਹੈਗਾ, ਸਰਦੀਆਂ ਦੇ ਟਾਈਮ 'ਚ ਹੋਰ ਵੀ ਕੋਈ ਕੰਮ ਨਹੀਂ ਹੁੰਦਾ, ਤਾਂ ਉਸ ਟਾਈਮ 'ਚ ਅੱਛਾ ਮੁਨਾਫਾ ਇਹਨੂੰ ਲਗਾ ਕੇ ਕਮਾਇਆ ਜਾ ਸਕਦਾ ਹੈ। ਬਿਲਕੁਲ ਇਹਦੇ ਲਈ ਪੜ੍ਹਨਾ ਜ਼ਰੂਰੀ ਹੈ ਕਿ ਪੜ੍ਹਾਈ ਜ਼ਰੂਰੀ ਹੋਣੀ ਕਿ ਅਨਪੜ੍ਹ ਕਿਸਾਨ ਕੋਈ ਹੈ ਤਾਂ ਉਹ ਵੀ ਖੇਤੀ ਕਰ ਸਕਦਾ ਹੈ? ਕੋਈ ਵੱਡਾ ਇਸ਼ੂ ਨਹੀਂਗਾ ਜੀ, ਥੋੜੀ ਬਹੁਤੀ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਇਹਨੂੰ ਪੜ੍ਹਾਈ ਲਿਖਾਈ ਦੀ ਤੇ ਕੋਈ ਬੜੀ ਜ਼ਰੂਰਤ ਨਹੀਂ ਹੈਗੀ, ਬਟ ਪੜ੍ਹਾਈ ਲਿਖਾਈ ਕੰਮ ਜ਼ਰੂਰ ਆਉਂਦੀ ਹੈ, ਬਿਲਕੁਲ ਕੋਈ ਸ਼ੱਕ ਨਹੀਂ, ਡਾਊਟ ਨਹੀਂਗਾ, ਬਟ ਇਹਨੂੰ ਹਰ ਕੋਈ ਕਰ ਸਕਦਾ ਹੈ, ਇਹ 'ਚ ਕੋਈ ਉਹ ਨਹੀਂਗਾ। ਜਿਸ ਤਰ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਬੀਜਾਂ ਦੀ ਸਪਲਾਈ ਹੁੰਦੀ ਹੈ ਜਾਂ ਕਲਾਸਾਂ ਲੱਗਦੀਆਂ ਨੇ ਜਾਂ ਕਿਸਾਨਾਂ ਨੂੰ ਉੱਥੇ ਸਿਖਲਾਈ ਦਿੱਤੀ ਜਾਂਦੀ, ਤੁਸੀਂ ਵੀ ਉਹ ਲਈ ਹੈਗੀ ਆ? ਬਿਲਕੁਲ ਮੈਮ, ਪਹਿਲਾਂ ਮੈਂ KVK ਸੰਗਰੂਰ ਤੋਂ ਹੋਈ ਸੀ 3 ਦਿਨ ਦੀ ਟ੍ਰੇਨਿੰਗ ਉਹ ਲਈ ਸੀਗੀ। ਉਸ ਤੋਂ ਬਾਅਦ ਮੈਂ ਸੋਲਨ 'ਚ ਇਹਨਾਂ ਦਾ ਆਲ ਇੰਡੀਆ ਦਾ ITMR ਦਾ ICMR ਇੱਕ ਇੰਸਟੀਚਿਊਟ ਹੈਗਾ, ਉੱਥੇ ਮੈਂ 7 ਦਿਨ ਦੀ ਟ੍ਰੇਨਿੰਗ ਲਈ ਸੀਗੀ ਪਹਿਲੀ ਵਾਰ, ਤੇ ਉੱਥੋਂ ਮੈਂ ਟ੍ਰੇਨਿੰਗ ਲਿੱਤੀ ਆ। ਉਹਨਾਂ ਦੇ ਅਕੋਰਡਿੰਗ ਹੀ ਮੈਂ ਇਹ ਸਾਰਾ ਕੁਝ ਕੀਤਾ ਸੀ, ਜੋ ਵੀ ਮੈਂ ਸੈਟਅਪ ਆਪਣਾ ਤਿਆਰ ਕੀਤਾ ਹੈ ਸਭ ਉਹਨਾਂ ਦੀ ਗਾਈਡਲਾਈਨਸ ਦੇ ਵਿੱਚ ਹੀ ਕੀਤਾ ਜੀ।
ਸੋ ਹੁਣ ਜਦੋਂ ਘਰ ਦੇ ਬੱਚੇ ਵੀ ਆ ਉਹ ਵੀ ਦੇਖਣ ਤਾਂ ਜ਼ਰੂਰ ਆਉਂਦੇ ਹੋਣੇ ਕਿ ਬਿਲਕੁਲ, ਸਾਡੇ ਫਾਦਰ ਬਿਲਕੁਲ, ਸਾਹਿਬ ਇਹ ਸਾਰੇ ਖੇਤੀ ਆਉਂਦੇ ਕਰਦੇ ਨੇ ਐਂਡ ਉਹਨਾਂ ਨੂੰ ਕਿੰਨਾ ਚਾਹ ਹੁੰਦਾ ਹੋਏਗਾ ਬੱਚਿਆਂ ਨੂੰ ਕਿ ਸਾਡੇ ਫਾਦਰ ਸਾਹਿਬ ਆਹ ਖੇਤੀ ਕਰਦੇ ਨੇ, ਅਸੀਂ ਕਣਕ ਝੋਨੇ ਤੋਂ ਹਟ ਕੇ ਖੇਤੀ ਕਰ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ, ਸਭ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਚਾਅ ਹੈਗਾ। ਹੂੰ। ਮੇਰੇ ਕੋਲ 2 ਬੇਟੀਆਂ ਨੇ, ਹੂੰ। ਇੱਕ ਬੇਟਾ ਹੈਗਾ। ਹੂੰ। ਉਹ ਆਉਂਦੇ ਨੇ, ਸਾਰਾ ਪਰਿਵਾਰ ਦੇਖਦੇ ਆ, ਸਾਰਾ ਪਰਿਵਾਰ ਇੱਥੇ ਕਰਦਾ ਹੈ। ਹੂੰ। ਛੋਟਾ ਭਾਈ ਆ ਉਹ ਮੇਰੇ ਨਾਲ ਹੀ ਹੁੰਦਾ ਹੈਗਾ। ਹੂੰ। ਬਿਲਕੁਲ, ਅਸੀਂ ਦੋਵੇਂ ਭਾਈ ਹੂੰ। ਇੱਥੇ ਕੰਮ ਕਰਦੇ ਹਾਂ। 24 ਘੰਟੇ ਸਾਡੀ ਇੱਥੇ ਡਿਊਟੀ ਹੁੰਦੀ ਹੈ। ਬਿਲਕੁਲ। ਜਿਸ ਤਰ੍ਹਾਂ ਅਸੀਂ ਇਹ ਤੁਹਾਨੂੰ ਅੱਜ ਖੁੰਬਾਂ ਦੀ ਖੇਤੀ ਦਿਖਾਈ ਹੈ ਕਿ ਇਸ ਤਰ੍ਹਾਂ ਹੁੰਦੀ ਹੈ, ਇਹ ਕੰਪੋਸਟ ਐਵੇਂ ਤਿਆਰ ਹੁੰਦੀ ਹੈ। ਉਸ ਤੋਂ ਬਾਅਦ ਕੰਪੋਸਟ ਲਈ ਪਹਿਲਾਂ 3-4 ਦਿਨ ਪਹਿਲਾਂ ਜਿਹੜੇ ਤੂੜੀ ਦੇ ਵਿੱਚ ਸਾਰਾ ਪਦਾਰਥ ਨੇ ਸਾਰੇ ਉਹ ਮਿਲਾਏ ਜਾਂਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਗਿੱਲਾ ਕਰਕੇ ਉਹਨਾਂ ਨੂੰ ਬਿਨ ਦੇ ਵਿੱਚ ਰੱਖਿਆ ਜਾਂਦਾ। ਬਿਨ ਵਿੱਚ ਰੱਖਣ ਤੋਂ ਬਾਅਦ ਫਿਰ ਉਹਨਾਂ ਦੀ ਪਲਟੀ ਹੁੰਦੀ ਹੈ। ਪਲਟੀ ਤੋਂ ਬਾਅਦ ਮਸ਼ੀਨ ਰਾਹੀਂ ਇਹ ਜਿਹੜੀ ਸਾਰੀ ਕੰਪੋਸਟ ਤਿਆਰ ਹੁੰਦੀ ਹੈ ਉਹਦੇ ਇਹ ਜਿਹੜੇ ਬੈਗ ਨੇ ਉਹ ਭਰੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਇਹ ਕਿਹੜੀ ਮਿੱਟੀ ਕਿਹਾ ਸੀ ਤੁਸੀਂ? ਕੇਸਿੰਗ ਮਿੱਟੀ। ਸੋ ਇਹ ਕੇਸਿੰਗ ਮਿੱਟੀ ਜਿਹੜੀ ਇਹ ਰੱਖੀ ਨਾਰੀਅਲ ਦਾ ਬੁਰਾਦਾ ਪਲੱਸ ਰੂੜੀ ਜੀ। ਸੋ ਉਸ ਤੋਂ ਬਾਅਦ ਫਿਰ ਦੇ ਵਿੱਚ ਬੀ ਮਿਲਾ ਕੇ ਇੱਥੇ ਜਿਹੜੀ ਹੈ ਤਿਆਰ ਕੀਤੀ ਜਾਂਦੀ ਹੈ। ਇਹ ਕੋਈ ਸੌਖਾ ਕੰਮ ਨਹੀਂ ਹੈ, ਮਿਹਨਤ ਬਹੁਤ ਮੰਗਦਾ ਹੈ, ਕਿਉਂਕਿ ਜੇ ਕਹਿੰਦੇ ਕਿ ਮਿਹਨਤ ਕਰੀਏ ਤਾਂ ਉਹ ਮਿਹਨਤ ਪੱਲੇ ਵੀ ਪੈਂਦੀ ਹੈ। ਉਹਦਾ ਸਾਨੂੰ ਜਿੰਨਾ ਸਬਰ, ਜਿੰਨਾ ਕਹਿੰਦੇ ਗੁੜ ਜਿੰਨਾ ਮਿੱਠਾ ਪਾਓਗੇ ਤਾਂ ਉਨਾ ਹੀ ਮਿੱਠਾ ਜਿਹੜਾ ਹੋਏਗਾ, ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੁੰਦਾ ਹੈ। ਫਿਰ ਇਹ ਤੇ ਜਿੰਨਾ ਹੀ ਤੁਸੀਂ ਮਿਹਨਤ ਕਰੋਗੇ ਉਨਾ ਪੈਸਾ ਵੀ ਕਮਾਓਗੇ। ਸੋ ਹੁਣ ਗੱਲ ਕਰ ਲੈਂਦੇ ਅਸੀਂ ਕਿਸਾਨੀ ਅੰਦੋਲਨ ਦੀ। ਅੱਜ ਸਾਡੇ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਸਰਹੱਦਾਂ ਤੇ ਵੀ ਬੈਠੇ ਹੋਏ ਨੇ। ਮੰਗ ਜਿਹੜੀ ਹੈ ਮੰਗੀ ਜਾ ਰਹੀ ਹੈ 3 ਖੇਤੀ ਕਾਨੂੰਨਾਂ ਨੂੰ ਲੈ ਕੇ। ਸੋ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅਸੀਂ ਉੱਥੇ ਰੁਲਦੇ ਆ ਬਾਰਡਰਾਂ ਦੇ ਉੱਪਰ, ਪਰ ਹਾਲੇ ਵੀ ਜਿਹੜੀ ਸਰਕਾਰ ਹੈ ਸਾਡੀ ਗੱਲ ਮੰਨਣ ਲਈ ਤਿਆਰ ਨਹੀਂ ਹੈ? ਦੇਖੋ, ਸਰਕਾਰ ਨੂੰ ਚਾਹੀਦਾ ਹੈ ਕਿ ਇੰਨੇ ਲੋਕ ਆਪਣਾ ਘਰ-ਬਾਰ ਛੱਡ ਕੇ ਜੋ ਉੱਥੇ ਬਾਰਡਰ ਤੇ ਬੈਠੇ ਨੇ ਉਹ ਆਪਣੇ ਹੱਕ ਮੰਗ ਰਹੇ ਨੇ ਕਿ ਸਾਨੂੰ ਐਮਐਸਪੀ ਚਾਹੀਦੀ ਹੈ। ਐਮਐਸਪੀ ਤੋਂ ਮਤਲਬ ਉਹਨਾਂ ਦਾ ਇਹ ਹੈਗਾ ਕਿ ਸਾਡੀ ਸਾਰੀ ਫਸਲ ਜੋ ਅਸੀਂ ਪੈਦਾ ਕਰਦੇ ਹਾਂ ਉਹ ਸਰਕਾਰ ਵੱਲੋਂ ਖਰੀਦੀ ਜਾਵੇ। ਤੇ ਇੱਕ ਪਲੱਸ ਉਹਦੇ 'ਚ ਇੱਕ ਪੁਆਇੰਟ ਹੋਰ ਹੈ ਕਿ ਐਮਐਸਪੀ ਦਾ ਮਤਲਬ ਸਾਡੀ ਫਸਲ ਉਹ ਤੋਂ ਘੱਟ ਰੇਟ ਤੇ ਨਾ ਵਿਕੇ, ਕੋਈ ਵੀ ਪ੍ਰਾਈਵੇਟ ਸਾਡੀ ਲੁੱਟ ਨਾ ਕਰ ਪਾਵੇ। ਤੇ ਦੂਜਾ ਜੋ ਇਹ ਕਾਰਪੋਰੇਟ ਦੀ ਗੱਲ ਚੱਲ ਰਹੀ ਹੈ, ਕਾਰਪੋਰੇਟ ਘਰਾਣੇ ਜੋ ਹੈਗੇ ਨੇ ਤੇ ਉਹ ਇਹ ਤੇ ਕਬਜ਼ਾ ਕਰਨ ਦੀ ਗੱਲ ਕਰ ਰਹੇ ਨੇਗੇ ਤੇ ਲੱਗਦਾ ਠੀਕ ਹੈ। ਤੇ ਜ਼ਿਮੀਂਦਾਰ ਆਪਣੀ ਗੱਲ ਤੇ ਅੜੇ ਹੋਏ ਨੇ ਕਿ ਅਗਰ ਸਾਡੀ ਖੇਤੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ ਤਾਂ ਅਸੀਂ ਕਿਸੇ ਲਾਇਕ ਸ਼ਾਇਦ ਨਾ ਰਹਾਂਗੇ। ਬਿਲਕੁਲ। ਤੇ ਉਹ ਆਪਣਾ ਹੱਕ ਮੰਗ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ। ਬਿਲਕੁਲ। ਬਹੁਤ ਵਧੀਆ ਗੱਲ ਹੈ। ਲੋਕੀ ਇੰਨੇ ਲੋਕ ਆਪਣਾ ਘਰ ਛੱਡ ਕੇ ਉੱਥੇ ਟਰਾਲੀ ਜੰਕਸ਼ਨ ਬਣਾ ਲਿਆ, ਬੈਠੇ ਨੇਗੇ, ਖਾਣਾ ਬਣਾ ਰਹੇ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਸਾਰੇ ਬੈਠੇ ਨੇ। ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਗੱਲ ਸੁਣੀ ਜਾਵੇ। ਤੁਸੀਂ ਵੀ ਜਾ ਕੇ ਆਏ ਇਸ ਇਤਿਹਾਸ ਦਾ ਹਿੱਸਾ ਬਣੇ? ਬਿਲਕੁਲ, 3 ਵਾਰ ਜਾ ਚੁੱਕੇ ਹਾਂ ਜੀ। ਜੋ ਸਾਡੇ ਤੋਂ ਸਰਦਾ ਹੈਗਾ। ਅਸੀਂ 1-2 ਵਾਰ ਸੇਵਾ ਵੀ ਕਰ ਚੁੱਕੇ ਹਾਂ। 2 ਵਾਰ ਮੈਂ ਸਬਜ਼ੀ ਦੀ ਗੱਡੀ ਭੇਜ ਚੁੱਕਿਆ, 1 ਵਾਰ ਮਸ਼ਰੂਮ ਦੀ ਗੱਡੀ ਭੇਜ ਚੁੱਕਿਆ। ਲੰਗਰ ਸੇਵਾ ਚਾਹੀਦੀ ਆਪ ਲੈ ਕੇ ਨਹੀਂ ਜਾਂਦੇ, ਬੇਨਾਮੀ ਜਾ ਕੇ ਅਸੀਂ ਦੇ ਜਾਂਦੇ ਉੱਥੇ। 3 ਵਾਰ ਜਾ ਚੁੱਕੇ ਹਾਂ। ਬਹੁਤ ਵਧੀਆ। ਅੱਛਾ, ਜਿਸ ਤਰ੍ਹਾਂ ਐਮਐਸਪੀ ਦੀ ਗੱਲ ਕਰ ਰਹੇ ਸੀ ਕਿ ਇਹਦਾ ਵੀ ਕੋਈ ਰੇਟ ਤੈਅ ਹੁੰਦਾ ਕਿ ਇਹਨੇ ਰੇਟ ਦੇ ਵਿੱਚ? ਡੇਲੀ ਮਾਰਕੀਟ ਦਾ ਰੇਟ ਹੀ ਹੁੰਦਾ ਜੀ। ਡੇਲੀ ਦਾ ਜਿੰਨੀ ਕਿ ਪਹੁੰਚਦੀ ਹੈ ਕਿ ਉਸ ਹਿਸਾਬ ਨਾਲ ਰੇਟ ਤੈਅ ਹੁੰਦਾ ਹੈਗਾ। ਮੰਡੀ ਦੇ ਰੇਟ ਨਾਲ ਹੀ ਚੱਲਦੀ ਹੈ ਤਾਂ ਜੀ। ਇਹਦਾ ਕੋਈ ਡੇਲੀ ਰੇਟ ਨਹੀਂ, ਫਿਕਸ ਨਹੀਂ ਕੋਈ ਹੁੰਦਾ ਜੀ। ਜਿਸ ਤਰ੍ਹਾਂ ਤੁਹਾਡੇ ਕੋਲੋਂ ਇੱਕ ਮੰਨ ਲਓ ਇੱਕ ਹਿਸਾਬ ਨਾਲ ਕਿਲੋ ਦੀ ਫਸਲ ਜੇਕਰ ਆਪਾਂ ਕਿਲੋ ਦਾ ਪੈਕੇਟ ਵੇਚਣਾ ਹੋਵੇ ਤਾਂ ਉਹ ਕਿੰਨੇ ਚ ਵਿਕ ਜਾਂਦਾ ਔਰ ਗਾਂ ਕਿੰਨੇ ਚ ਵਿਕਦਾ ਆ? ਤਕਰੀਬਨ 200 ਗ੍ਰਾਮ ਦੀ ਇੱਕ ਪੈਕਿੰਗ ਹੁੰਦੀ ਹੈ ਜੀ। 1 ਕਿਲੋ ਦੇ ਵਿੱਚ 5 ਪੈਕਿੰਗ। ਇਹਦਾ ਰੇਟ ਮੋਸਟਲੀ ਚੱਲਦਾ ਜੀ ਸਾਡਾ ਹੋਲਸੇਲ ਦਾ ਰੇਟ ਹੁੰਦਾ ਹੈ 80 ਰੁਪਏ ਦੇ ਲਗਭਗ। 80 ਤੋਂ ਲੈ ਕੇ 110 ਰੁਪਏ ਦੇ ਲਗਭਗ ਰੇਟ ਇਹਦਾ ਚੱਲਦਾ ਹੈਗਾ। ਤੇ ਮੰਡੀ ਵਾਲੇ ਜੋ ਰਿਟੇਲ ਆਂਦੀ ਹੈ 120 110 ਰੁਪਏ ਦਾ ਰੇਟ ਅੱਗੇ ਰਿਟੇਲ 'ਚ ਜਾਂਦਾ ਹੈ। ਵੈਸੇ ਕਹਿੰਦੇ ਹੁੰਦੇ ਨੇ ਕਿ ਜੇ ਘਰ ਦੀ ਖੇਤੀ ਹੋਵੇ ਤਾਂ ਅਸੀਂ ਖਾ ਖਾ ਕੇ ਅਸੀਂ ਬੜੇ ਅੱਕ ਜਾਂਦੇ ਹੁੰਦੇ ਆ, ਘਰ 'ਚ ਇਹ ਬਣਦੀ ਹੈ ਕਦੀ ਕਦਾਈ ਕਿ ਇਹ ਲਾ ਲਓ ਦਿਖਾਉਣ ਵਾਸਤੇ ਹੀ ਅਸੀਂ ਖਾਂਦੇ ਹਾਂ। ਬਸ ਅਸੀਂ ਖਾ ਕੇ ਬਸ ਲੱਕੇ ਪਏ ਬਿਲਕੁਲ। ਅੱਛਾ, ਇਹਨੂੰ ਜਦੋਂ ਸਬਜ਼ੀ ਬਣਾਉਣੀ ਹੁੰਦੀ ਹੈ ਕਈ ਲੋਕਾਂ ਨੂੰ ਬਹੁਤ ਐਲਰਜੀ ਹੁੰਦੀ ਹੈ। ਤੁਹਾਡੇ ਸਾਹਮਣੇ ਐਗਜ਼ਾਮਪਲ ਮੈਂ ਵੀ ਖੜੀ ਹੋਈ ਹਾਂ ਕਿ ਜਦੋਂ ਅਸੀਂ ਮਸ਼ਰੂਮ ਖਾਂਦੇ ਹਾਂ ਤਾਂ ਮੇਰੇ ਵੀ ਕਈ ਵਾਰ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ। ਇਹ ਕਾਰਨ ਕੀ ਹੁੰਦਾ ਕਿ ਐਲਰਜੀ ਦਾ ਹੋਣਾ? ਮੇ ਵੀ ਕੋਈ ਸਪੈਸੀਫਿਕ ਐਲਰਜੀ ਹੋ ਸਕਦੀ ਹੈ, ਬਟ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਦੀ ਐਲਰਜੀ ਹੋਊਗੀ ਕਿਉਂਕਿ ਇਹ 'ਚ ਕੋਈ ਹਾਰਮਫੁਲ ਕੈਮੀਕਲ ਨਹੀਂ ਹੁੰਦਾ, ਬਲਕਿ ਇਹ 'ਚ ਮੈਡੀਸਨਲੀ ਕਈ ਐਲੀਮੈਂਟਸ ਤਾਂ ਇਹੋ ਜਿਹੇ ਨੇ ਜਿਹੜੇ ਕਿਤੇ ਵੀ ਨਹੀਂ ਪਾਏ ਜਾਂਦੇ। ਜਿਵੇਂ ਕਿ ਵਿਟਾਮਿਨ ਡੀ ਹੈ, ਵਿਟਾਮਿਨ ਸੀ ਹੈ, ਵਿਟਾਮਿਨ ਏ ਵੀ ਹੁੰਦਾ ਹੈ, ਕੈਲਸ਼ੀਅਮ, ਪ੍ਰੋਟੀਨ ਅੱਛੀ ਮਾਤਰਾ ਦੇ ਵਿੱਚ। ਇਹਨੂੰ ਮਤਲਬ ਕਿ ਨੌਨ ਵੈਜ ਤੋਂ ਬਾਅਦ ਸਭ ਤੋਂ ਵਧੀਆ ਆਹਾਰ ਆਪਾਂ ਇਹਨੂੰ ਕਹਿ ਸਕਦੇ ਹਾਂ ਮਸ਼ਰੂਮ ਨੂੰ। ਸਭ ਤੋਂ ਮਤਲਬ ਕਿ ਸਬਜ਼ੀਆਂ 'ਚ ਸਭ ਤੋਂ ਵਧੀਆ ਆਹਾਰ ਇਹਨੂੰ ਕਹਿ ਸਕਦੇ ਹਾਂ। ਤੇ ਇਹ 'ਚ ਕਈ ਪ੍ਰੋਡਕਟ ਇਹ 'ਚ ਇਹੋ ਜਿਹੇ ਨੇ ਜਿਵੇਂ ਵਿਟਾਮਿਨ ਡੀ ਹੈ, ਉਹ ਕਿਸੇ ਵੀ ਵੈਜ ਦੇ ਵਿੱਚ ਨਹੀਂ ਪਾਇਆ ਜਾਂਦਾ ਜਿਹੜਾ ਕਿ ਇਹਦੇ ਵਿੱਚ ਪਾਇਆ ਜਾਂਦਾ ਹੈ। ਤੇ ਇਸ ਕੇ ਇਹਨੂੰ ਖਾਣਾ ਚਾਹੀਦਾ, ਬਹੁਤ ਵਧੀਆ ਚੀਜ਼ ਹੈ। ਤੇ ਅਗਰ ਤੁਹਾਨੂੰ ਐਲਰਜੀ ਹੈ, ਮੈਨੂੰ ਲੱਗ ਰਿਹਾ ਕਿ ਇਹਦੇ ਬਾਰੇ ਤੁਹਾਨੂੰ ਹੋ ਸਕਦਾ ਡਾਊਟ ਹੋਇਆ ਹੋਵੇ, ਕਿਉਂਕਿ ਕਈ ਵਾਰ ਹੁੰਦਾ ਕਿ ਜਦੋਂ ਇਹਨੂੰ ਵਾਸ਼ ਕਰਿਆ ਜਾਂਦਾ ਹੈਗਾ ਤਾਂ ਥੋੜੀ ਵਾਸ਼ ਦੇ ਕੈਮੀਕਲ ਨਾਲ ਹੋ ਸਕਦਾ ਤੁਹਾਨੂੰ ਐਲਰਜੀ ਹੋਵੇ, ਬਟ ਤੁਸੀਂ ਅਨਵਾਸ਼ ਟਰਾਈ ਕਰਕੇ ਦੇਖੋ, ਨਹੀਂ ਹੋਗੀ ਸ਼ਾਇਦ। ਜੀ ਬਿਲਕੁਲ। ਇਹ ਤਾਂ ਹੋ ਗਈ ਸੀ ਸੀਜ਼ਨਲ। ਹੁਣ ਅਸੀਂ ਗੱਲ ਕਰਾਂਗੇ ਕੰਡੀਸ਼ਨਲ ਦੀ। ਸੋ ਅਸੀਂ ਹੁਣ ਦਿਖਾਈ ਆਪਣਾ ਦਰਸ਼ਕਾਂ ਨੂੰ ਕਿ ਕੰਡੀਸ਼ਨਲ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਕੰਡੀਸ਼ਨਲ ਦਾ
ਅੱਧਾ ਪ੍ਰੋਸੀਜਰ ਤਾਂ ਮੈਮ ਸੇਮ ਇਹੀ ਹੈ ਜੋ ਅਸੀਂ ਇੱਥੇ ਦਿਖਾ ਰਹੇ ਹਾਂ। ਉਹ ਜਿਹਦੇ 'ਚ ਕੀ ਹੈਗਾ, ਜੋ ਰੂਮ ਬਣੇ ਹੋਏ ਨੇ ਜੇ ਚੌਪੜੀ ਦਾ, ਉਹ 'ਚ ਪੱਕੇ ਰੂਮ ਬਣੇ ਹੋਏ ਨੇ। ਤੇ ਮੈਂ 2 ਰੂਮ ਤੋਂ ਸਟਾਰਟ ਕੀਤਾ ਸੀਗਾ। ਮੈਂ 3 ਸਾਲ ਪਹਿਲਾਂ ਬਣਾਏ ਸੀਗੇ। ਗਵਰਨਮੈਂਟ ਦੀ ਜੋ ਸਬਸਿਡੀ ਵਗੈਰਾ ਹੁੰਦੀ ਹੈ ਉਹਦੇ ਵਾਸਤੇ ਮੈਂ ਅਪਲਾਈ ਕੀਤਾ ਹੋਏਗਾ, ਉਹ ਵੀ ਮੇਰੀ ਮਿਲੀ ਹੈ ਮੈਨੂੰ। ਤੇ ਗਵਰਨਮੈਂਟ ਵੱਲੋਂ ਕਾਫੀ ਸਹਾਇਤਾ ਮਿਲਦੀ ਹੈ, ਤਕਰੀਬਨ 40% ਦੇ ਲਗਭਗ ਗਵਰਨਮੈਂਟ 'ਚ ਸਬਸਿਡੀ ਦਿੰਦੀ ਹੈ। ਤੇ ਡਿਪਾਰਟਮੈਂਟ ਦਾ ਜੋ ਹੈਗਾ ਬਾਗਬਾਨੀ ਵਿਭਾਗ ਹੈਗਾ, ਉਹਨਾਂ ਨਾਲ ਟਰਾਈ ਕਰੋ ਤਾਂ ਮਿਲਦੀ ਹੈ। ਕੋਈ ਅਵਾਰਡ ਹਿੱਸੇ ਆਇਆ? ਅਵਾਰਡ ਨਹੀਂ ਮੈਮ ਹਾਲੇ ਤੱਕ, ਕਿਉਂਕਿ ਅਸੀਂ ਜ਼ਿਆਦਾ ਉਹ 'ਚ ਨਹੀਂ ਜਾ ਪਾਏ ਜੀ, ਦੂਰ ਹੋਣ ਕਰਕੇ। ਆਪਣੇ ਕੰਮ ਤੱਕ ਹੀ ਧਿਆਨ ਹੁੰਦਾ ਹੈਗਾ ਜੀ ਤੇ ਅਵਾਰਡ ਹਿੱਸੇ ਤਾਂ ਫਿਲਹਾਲ ਨਹੀਂ ਆਇਆ, ਲੇਕਿਨ ਕੋਸ਼ਿਸ਼ ਜਾਰੀ ਹੈ ਜੀ। ਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਕੰਡੀਸ਼ਨਲ ਜਿਹੜੀ ਹੈ ਮਸ਼ਰੂਮ ਕਿਸ ਤਰ੍ਹਾਂ ਤਿਆਰ ਹੁੰਦੀ ਹੈ, ਕਿਉਂਕਿ ਉਹਦੇ 'ਚ ਏਸੀ ਲੱਗੇ ਹੋਏ ਨੇ। ਇੱਕ ਵਾਰ ਥੋੜਾ ਰੁੱਖ ਇੱਕ ਨਜ਼ਰ ਜਿਹੜੀ ਉੱਤੇ ਵੀ ਪਵਾ ਲੈਂਦੇ ਆ। ਸੋ ਹੁਣ ਅਸੀਂ ਕੰਡੀਸ਼ਨਲ ਰੂਮ ਦੇ ਵਿੱਚ ਪਹੁੰਚ ਚੁੱਕੇ ਹਾਂ। ਇੱਥੇ ਵੀ ਜਿਹੜੀ ਹੈ ਪੂਰੀ ਠੰਡ ਹੈ ਇਸ ਵੇਲੇ, ਪੂਰਾ ਏਸੀ ਚੱਲ ਰਿਹਾ ਹੈ ਕਿਉਂਕਿ ਗਰਮੀ ਜਿਹੜੀ ਨਹੀਂ ਸਹਾਰਦੀ। ਸੋ ਗਰਮੀ ਦੇ ਕਰਕੇ ਜਿਹੜੀ ਫਸਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਇਹ ਲਗਾਇਆ ਗਿਆ ਏਸੀ। ਜੀ ਬਿਲਕੁਲ, ਇਹ ਕੰਡੀਸ਼ਨਲ ਇਹਨੂੰ ਏਸੀ 에ਅਰ ਕੰਡੀਸ਼ਨ ਦੇ ਵਿੱਚ ਅਸੀਂ ਕਹਿੰਦੇ ਹਾਂ। ਤਾਂ ਇਹਦੇ ਵਿੱਚ ਸਾਰਾ ਸਾਲ ਅਸੀਂ ਫਸਲ ਉਗਾ ਸਕਦੇ ਹਾਂ ਤੇ ਥਰੂਆਊਟ ਦਾ ਈਅਰ ਆਪਾਂ ਇਹਦੇ ਵਿੱਚ ਲੈ ਸਕਦੇ ਹਾਂ। ਹੁਣ ਤੁਸੀਂ ਜੋ ਇਹ ਫਸਲ ਲੈ ਗਏ ਬਿਲਕੁਲ ਲਾਸਟ ਹੈ, ਬਿਲਕੁਲ ਲਾਸਟ ਹੈ, ਖਤਮ ਹੋ ਚੁੱਕੀ ਹੈ। 1 ਜਾਂ 2 ਦਿਨਾਂ 'ਚ ਅਸੀਂ ਇਹਨੂੰ ਖਾਲੀ ਕਰ ਦੇਵਾਂਗੇ। ਸੋ ਜੇਕਰ ਗੱਲ ਕੀਤੀ ਜਾਵੇ, ਬਹੁਤ ਸਾਰੇ ਕਿਸਾਨਾਂ ਦੇ ਕੋਲ ਜਦੋਂ ਜ਼ਮੀਨ ਘੱਟ ਹੁੰਦੀ ਹੈ ਜਾਂ 2 ਏਕੜ ਵਾਲਾ ਕਿਸਾਨ ਹੈ, ਤਾਂ ਉਹ ਇਹਨੂੰ ਕਿਸ ਤਰ੍ਹਾਂ ਮੁਨਾਫਾ ਕਮਾਏਗਾ? ਉਹ ਤਾਂ ਭੱਜੇਗਾ ਕਿ ਅਸੀਂ ਕਣਕ ਔਰ ਝੋਨਾ ਹੀ ਬੀਜ ਲੈਂਦੇ ਆ। ਇਹਦੇ 'ਚ ਜ਼ਮੀਨ ਦੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਬਹੁਤ ਥੋੜੀ ਜ਼ਮੀਨ 'ਚ ਅਸੀਂ ਇਹਨੂੰ ਕਰ ਸਕਦੇ ਹਾਂ। ਜਿਵੇਂ ਇੱਕ ਰੂਮ ਮੇਰਾ ਇਹ 65 × 18 ਫੁੱਟ ਦਾ ਹੈਗਾ। ਇਹਦੀ ਹਾਈਟ ਤਕਰੀਬਨ ਮੈਂ ਰੱਖੀ ਹੋਈ ਹੈ 15 ਕੁ ਫੁੱਟ। ਤਾਂ ਜਗ੍ਹਾ ਦੀ ਇਹ 'ਚ ਕੋਈ ਬਾਹਲੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਮਲਟੀਪਲੈਕਸ਼ਨ ਹੋ ਗਈ ਹੈ। ਇਹ ਜਿਵੇਂ 1 2 3 4 5 6 ਇਹ 'ਚ 7 ਸਟੇਜਾਂ ਲਾ ਕੇ ਅਸੀਂ ਇਸ 'ਚ ਵੱਧ ਫਸਲ ਲੈ ਸਕਦੇ ਹਾਂ। ਤਾਂ ਇਹਨੂੰ ਕੋਈ ਜ਼ਿਆਦਾ ਥਾਂ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਜਿਵੇਂ ਇੱਧਰ ਸੀੜੀਆਂ ਬਣੀਆਂ ਹੋਈਆਂ ਨੇ, ਆ ਦੇਖੋ, ਆ ਜਾਓ। ਹਾਂਜੀ, ਬਾਰ-ਬਾਰ ਚੱਲਣ ਕਰਕੇ ਇਹ 'ਚ ਫਸਲ ਥੋੜੀ ਥਾਂ 'ਚ ਅਸੀਂ ਵੱਧ ਫਸਲ ਲੈ ਸਕਦੇ ਹਾਂ। ਜੀ, ਜਿਵੇਂ ਇਹ ਏਸੀ ਲੱਗੇ ਹੋਏ ਨੇ, ਇਹ 9 ਟਨ ਦਾ ਏਸੀ ਲੱਗਿਆ ਹੈਗਾ, ਇੱਕ ਬਾਹਰੋਂ 5 ਟਨ ਦਾ ਏਸੀ। ਜੀ ਬਿਲਕੁਲ। ਅਸੀਂ ਮੈਂ ਸਵਾਲ ਕਰਨਾ ਹੀ ਸੀ ਤੁਹਾਨੂੰ ਕਿ ਇਹ ਜਿਹੜੇ ਟਨਲ ਬਣਾਏ ਹੋਏ ਨੇ ਤੁਸੀਂ, ਹਵਾ ਅੱਗੇ ਤੱਕ ਜਾਵੇ, ਕਿ ਬੜਾ ਵੱਡਾ ਲਿਫਾਫਾ ਤੁਸੀਂ ਅੱਗੇ ਲਗਾਇਆ ਹੋਇਆ ਹੈ, ਤਾਂ ਇਹ ਤੁਸੀਂ ਜੁਗਾੜ ਫਿੱਟ ਕੀਤਾ ਜਾਂ ਫਿਰ ਕਿਸੇ ਨੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਹਵਾ ਜਾ ਸਕਦੀ? ਨਹੀਂ ਹੈਗਾ, ਇਹ ਕਨਸੈਪਟ ਹੀ ਇਹ ਹੈ ਕਿ ਇਹਦੇ ਨਾਲ ਹਵਾ ਟਨਲ ਬਣਾ ਕੇ ਦੂਰ ਤੱਕ ਲਿਜਾਈ ਜਾਵੇ। ਇਹ ਕਨਸੈਪਟ ਬੇਸਿਕਲੀ ਅਸੀਂ DMR ਜੋ ਆਲ ਇੰਡੀਆ ਯੂਜ਼ ਹੁੰਦਾ ਹੈ, ਆਲ ਵਰਲਡ ਯੂਜ਼ ਹੈ। ਓਕੇ, ਬਿਲਕੁਲ ਇਹ ਜੁਗਾੜ ਨਹੀਂ ਹੈਗਾ। ਤਾਂ ਇਹਦੇ ਨਾਲ ਪ੍ਰੋਪਰ ਹਵਾ ਸਿਰੇ ਤੱਕ ਜਾਂਦੀ ਹੈ ਜੀ। ਬਿਲਕੁਲ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੇ ਹੈਗੇ ਨੇ, ਤੁਸੀਂ 7 ਖੇਤਰ ਨੇ ਇਹਦੇ? ਇਹ ਕਿੰਨੇ ਬਣਾਏ ਨੇ ਇਹਨਾਂ ਦੇ? 8 ਨੇ ਜੀ। ਸੋ ਇਹ ਜਿਹੜੀ ਖੇਤੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਏਸੀ ਇਸ ਵੇਲੇ ਚੱਲ ਰਿਹਾ ਹੈ। ਸੋ ਨਾਲ ਇਹ ਜਿਹੜਾ ਕਨਸੈਪਟ ਹੈ ਕਿ ਏਸੀ ਦੀ ਜਿਹੜੀ ਹਵਾ ਹੈ ਇਹ ਦੂਰ ਤੱਕ ਜਾਏਗੀ, ਇਹਨੂੰ ਠੰਡਾ ਰੱਖੇਗੀ। ਜਿੰਨੀ ਨੂੰ ਠੰਡ ਮਿਲਦੀ ਜਾਏਗੀ ਓਨਾ ਹੀ ਜਿਹੜੀ ਹੈ ਫਸਲ ਸਹੀ ਹੋਏਗੀ ਔਰ ਛੇਤੀ ਬਣੇਗੀ। ਫਿਰ ਇਹ ਜਿਹੜੇ ਏਸੀ ਬੈਗ ਇਹਨੂੰ ਕਹਿ ਸਕਦੇ ਹਵਾ ਵਾਲੇ ਬੈਗਸ ਨੇ, ਇਹ ਕਿੰਨੇ ਲਗਾਏ ਹੋ ਇੱਕ ਰੂਮ ਦੇ ਵਿੱਚ? ਬੈਗ ਉਹਨੇ ਨੇ, ਇਹਨੂੰ ਆਪਾਂ ਬੋਲ ਸਕਦੇ ਹਾਂ, ਕੀ ਬੋਲਾਂਗੇ ਅੰਗਰੇਜ਼ੀ 'ਚ ਮੈਂ ਬੋਲ, ਟਨਲ ਕਹਿ ਸਕਦੇ ਇਹਨੂੰ। ਕਿੰਨੇ ਨੇ ਟੋਟਲ? ਇਹ 3 ਨੇ ਇੱਕ ਰੂਮ 'ਚ। 3 ਰੂਮ, ਮਤਲਬ ਜਿੰਨੀ ਹਵਾ ਦੇ ਵੇਰੀਏਸ਼ਨ ਦਿੱਤੇ, ਜਿੰਨੀ ਗਲੀਆਂ ਹੋਣਗੀਆਂ ਇਹ 1 2 3 ਗਲੀਆਂ ਨੇ, 3 ਹੀ ਲੱਗਣਗੇ ਤਾਂ ਕਿ ਹਵਾ ਸਿਰੇ ਤੱਕ ਬਿਲਕੁਲ ਪ੍ਰੋਪਰ ਕਮਰੇ 'ਚ ਇੱਕ ਰਹੇ। ਉਹਦੇ ਵਾਸਤੇ ਇਹਨੂੰ ਯੂਜ਼ ਕਰਦੇ ਹਾਂ। ਸਾਡੇ ਬਿਲਕੁਲ ਪੱਕੇ ਰੂਮ ਬਣੇ ਹੋਏ ਨੇਗੇ। ਇਹ ਤੋਂ ਅੱਗੇ ਅਸੀਂ 4 ਰੂਮ ਹੋਰ ਸ਼ੁਰੂ ਕੀਤੇ ਹੋਏ ਨੇ। ਅਸੀਂ ਆਪਣੀ ਜੋ ਵੀ ਮਿਹਨਤ, ਜੋ ਸਾਡੀ ਕਮਾਈ ਹੈ, ਅਸੀਂ ਇੱਥੇ ਹੀ ਇਨਵੈਸਟ ਕਰ ਰਹੇ ਹਾਂ, ਨਾ ਕਿ ਉਹਨੂੰ ਕਰ ਰਹੇ ਹਾਂ। ਤੇ ਠੀਕ ਠਾਕ ਰਿਹਾ ਤਾਂ ਇਸ ਸਾਲ ਤੱਕ ਇਹਨੂੰ ਡਬਲ ਕਰ ਦਿਆ। ਕੀ ਬਾਤ ਹੈ ਜੀ, ਬਿਲਕੁਲ ਜੀ। ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੋਰ ਤਰੱਕੀਆਂ ਦੇਵੇ। ਤੁਸੀਂ ਲਗਾਤਾਰ ਖੇਤੀ ਦੇ ਨਾਲ ਜੁੜੇ ਹੋਏ ਹੋ, ਸੋ ਇਸੇ ਤਰ੍ਹਾਂ ਤੁਸੀਂ ਜੁੜੇ ਵੀ ਰਹੋ। ਸੋ ਸੋਹਣ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਸਮਝਾਇਆ ਵੀ ਹੈ ਖੇਤੀ ਕਿਵੇਂ ਕਰ ਸਕਦੇ ਨੇ, ਜਾਂ ਹੋਰ ਕਿਸਾਨ ਨੇ ਉਹ ਖੇਤੀ 'ਚ ਜਾਣਾ ਚਾਹੁੰਦੇ ਹੋਣ ਤਾਂ ਉਹ ਖੇਤੀ, ਕਿਉਂਕਿ ਅਸੀਂ ਇਹ ਸਾਡੀ ਡੇਲੀ ਪੋਸਟ ਪੰਜਾਬੀ ਦੇ ਰਾਹੀਂ ਅਸੀਂ ਖੁੰਬਾਂ ਦੀ ਖੇਤੀ ਦਿਖਾਈ ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਸੰਪਰਕ ਵੀ ਕਰਨ, ਉਹ ਵੀ ਖੇਤੀ 'ਚ ਆਉਣ, ਜੇ ਇੱਛਾ ਹੋ ਜਾਣ ਤਾਂ ਤੁਸੀਂ ਉਹਨਾਂ ਨੂੰ ਸਮਝਾਇਓ ਵੀ ਜ਼ਰੂਰ ਕਿ ਕਿੱਦਾਂ ਕਰਨੀ ਹੈ। ਮੇਰਾ ਨੰਬਰ ਦੇ ਸਕਦੇ ਹੋ, ਮੇਰੇ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਵੀ ਹੈਲਪ ਦੀ ਜ਼ਰੂਰਤ ਹੈ ਮੈਂ ਜ਼ਰੂਰ ਜੀ। ਮੇਰਾ ਕੋਈ ਵੀ ਭਾਈ ਕੋਈ ਵੀ ਮੇਰੇ ਤੋਂ ਪੁੱਛਣਾ ਚਾਹੁੰਦਾ, ਮੈਨੂੰ 24 ਘੰਟੇ ਮੇਰਾ ਨੰਬਰ ਖੁੱਲ੍ਹਾ ਰਹਿੰਦਾ ਹੈਗਾ। ਮੇਰਾ ਮੋਬਾਈਲ ਨੰਬਰ ਤੁਸੀਂ ਦੇ ਸਕਦੇ ਹੋ, ਕੋਈ ਗੱਲ ਨਹੀਂ। ਤੇ ਭਾਈ ਦਾ ਨੰਬਰ ਹੈ ਉਹ ਵੀ ਦੇ ਸਕਦੇ ਹੋ।
ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਹੈਲਪ ਅਸੀਂ ਕਰ ਸਕੇ ਜੀ। ਤਾਂ ਸਾਨੂੰ ਬਹੁਤ ਖੁਸ਼ੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਕਰੀਆ। ਜੀ। ਸੋ ਬਿਲਕੁਲ ਜੀ, ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਮਸ਼ਰੂਮ ਦੀ ਖੇਤੀ ਕਿੱਦਾਂ ਕੀਤੀ ਜਾਂਦੀ ਹੈ। ਮਸ਼ਰੂਮ ਖਾਣੀ ਬੜੀ ਸੌਖੀ ਹੁੰਦੀ ਹੈ, ਮਸ਼ਰੂਮ ਦੀ ਸਬਜ਼ੀ ਬੜੀ ਬਣਾਉਣੀ ਸੌਖੀ ਹੁੰਦੀ ਹੈ, ਪਰ ਇਸ ਨੂੰ ਉਗਾਉਣਾ, ਇਸ ਨੂੰ ਪੈਦਾ ਕਰਨਾ ਕਿੰਨਾ ਔਖਾ ਹੈ। ਸੋ ਅਸੀਂ ਤੁਹਾਨੂੰ ਦੇਖ ਲਿਆ, ਪਰ ਇਸ ਤੋਂ ਮੁਨਾਫਾ ਕਿੰਨਾ ਜ਼ਿਆਦਾ ਹੁੰਦਾ। ਆਮ ਤੌਰ ਤੇ ਕਿਸਾਨ ਜਿਹੜੇ ਨੇ ਝੋਨੇ ਔਰ ਕਣਕ ਦੀ ਫਸਲ ਵਿੱਚ ਫਸੇ ਰਹਿੰਦੇ ਨੇ, ਉਹਨਾਂ ਨੂੰ ਇੱਕ ਅਪੀਲ ਜ਼ਰੂਰ ਹੈ ਕਿ ਤੁਸੀਂ ਰਵਾਇਤੀ ਖੇਤੀ ਤੋਂ ਥੋੜਾ ਜਿਹਾ ਹਟ ਕੇ ਨਿਕਲ ਕੇ ਬਾਹਰ ਆਓ ਔਰ ਇਸ ਤਰ੍ਹਾਂ ਦੀ ਖੇਤੀਆਂ ਕਰੋ ਤਾਂ ਇੱਕ ਦਿਨ ਦੇ ਤੁਸੀਂ ਲੱਖਾਂ ਰੁਪਏ ਜਿਹੜਾ ਆ ਕਮਾ ਸਕਦੇ ਹੋ। ਕਿਉਂਕਿ ਸੋਹਣ ਸਿੰਘ ਹੋਣੀ ਤੁਹਾਡੇ ਸਾਹਮਣੇ ਜਿਹੜੀ ਵੱਡੀ ਮਿਸਾਲ ਨੇ, ਨਿਤ ਦਿਨ ਜਿਹੜਾ ਹੈ ਇਹਨਾਂ ਤੋਂ ਬਹੁਤ ਅੱਛਾ ਪੈਸਾ ਕਮਾ ਰਹੇ ਨੇ ਔਰ ਉਹ ਜਿੰਨੀ ਕਮਾਉਂਦੇ ਨੇ ਉਹ ਸਾਰੀ ਇਸ ਤੇ ਹੀ ਇਨਵੈਸਟ ਕਰ ਰਹੇ ਨੇ ਤਾਂ ਕਿ ਹੋਰ ਜਿਹੜਾ ਇਸ ਖੇਤੀ ਨੂੰ ਹੋਰ ਬੜਾਵਾ ਮਿਲੇ ਔਰ ਇਸ ਤੋਂ ਜਿਹੜਾ ਹੋਰ ਦੁੱਗਣਾ ਪੈਸਾ ਉਹ ਕਮਾ ਸਕਣ। ਇਸ ਦੇ ਨਾਲ ਹੋਰ ਕਿਸਾਨਾਂ ਦੇ ਨਾਲ ਜੋ ਕਿ ਇਸ ਤਰ੍ਹਾਂ ਦੀਆਂ ਮਿਸਾਲਾਂ ਬਣ ਰਹੇ ਨੇ, ਤੁਹਾਡੀ ਮੁਲਾਕਾਤ ਅਸੀਂ ਲਗਾਤਾਰ ਕਰਵਾਉਂਦੇ ਰਵਾਂਗੇ। ਹੁਣ ਤੁਹਾਡੇ ਤੋਂ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਕਮਲ ਦੇ ਨਾਲ ਮਨਦੀਪ ਕੌਰ ਸੰਧੂ, ਪਿੰਡ ਰਾਮਪੁਰਾ, ਗੁਜਰਾਤ।